ਸ਼ਲੋਕ ਮਹਲਾ ਦੂਜਾ। ਏਕ ਨੇਹੀ ਆਸ਼ਕੀ ਦੂਜੈ ਲੱਗੈ ਜਾਏ। ਨਾਨਕ ਆਸ਼ਕ ਕਾਂਢੀਐ ਸਦ ਹੀ ਰਹਿ ਸਮਾਏ। ਚੰਗੈ ਚੰਗਾ ਕਰ ਮੰਨੇ ਮੰਦਾ ਮੰਦਾ ਹੋਏ। ਆਸ਼ਕ ਇਹ ਨਾ ਆਖੀਐ ਜੇ ਲੇਖੈ ਵਰਤੈ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਵਾਰ ਜੋ ਰਾਗ ਆਸਾ ਦੇ ਵਿੱਚ ਹੈ, ਜਿਸ ਦੀ ਆਪਾਂ ਲੜੀਵਾਰ ਵਿਚਾਰ ਸਾਂਝੀ ਕਰਦੇ ਆ ਰਹੇ ਹਾਂ। ਤਿਸ ਲੜੀ ਦੇ ਤਹਿਤ ਅੱਜ ਆਪਾਂ 21 ਨੰਬਰ ਪੌੜੀ ਦੇ ਨਾਲ ਜੋ 2 ਸ਼ਲੋਕ ਆਏ ਨੇ, ਉਹਨਾਂ 2 ਸ਼ਲੋਕਾਂ ਵਿੱਚੋਂ ਪਹਿਲੇ ਸ਼ਲੋਕ ਦਾ ਪਾਠ ਸ਼ਰਵਣ ਕੀਤਾ ਹੈ। ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 474 ਦੇ ਉੱਪਰ ਸੁਭਾਈਮਾਨ ਹੈ। ਇਹ ਸ਼ਲੋਕ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ। ਜਿਵੇਂ ਮੈਂ ਕੱਲ੍ਹ ਵੀ ਤੁਹਾਡੇ ਨਾਲ ਇੱਕ ਬੇਨਤੀ ਸਾਂਝੀ ਕੀਤੀ ਸੀ ਕਿ ਇਸ ਪੌੜੀ ਦੇ ਨਾਲ ਦੋਨੋਂ ਸ਼ਲੋਕ ਹੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਆਏ ਨੇ। ਅੱਜ ਆਪਾਂ ਪਹਿਲੇ ਸ਼ਲੋਕ ਦਾ ਪਾਠ ਸ਼ਰਵਣ ਕੀਤਾ ਹੈ, ਜਿਸ ਵਿੱਚ ਗੁਰੂ ਪਾਤਸ਼ਾਹ ਜੀ ਨੇ ਆਸ਼ਕ ਦੀ ਗੱਲ ਕੀਤੀ ਹੈ, ਇਸ਼ਕ ਦੀ ਗੱਲ ਕੀਤੀ ਹੈ। ਜਿਹੜਾ ਆਸ਼ਕ ਕਦੀ ਗਲੀਆਂ ਵਿੱਚ ਰੁਲਦਾ ਸੀ, ਜਿਹੜਾ ਆਸ਼ਕ ਇੱਕ ਚਮੜੀ ਤੱਕ ਸੀਮਿਤ ਸੀ, ਜਿਸ ਆਸ਼ਕ ਨੇ ਜਾਂ ਇਸ਼ਕ ਨੇ ਸਮਾਜ ਦੇ ਵਿੱਚ ਚੰਗੇ ਭਲੇ ਪਰਿਵਾਰਾਂ ਦੇ ਸਿਰ ਨੀਵੇਂ ਵੀ ਕਰਵਾਏ, ਸਤਿਗੁਰੂ ਜੀ ਨੇ ਉਸੇ ਇਸ਼ਕ ਸ਼ਬਦ ਨੂੰ ਲੈ ਕੇ ਸਾਨੂੰ ਸਿਰ ਉੱਚਾ ਚੁੱਕ ਕੇ ਜ਼ਿੰਦਗੀ ਜਿਉਣ ਦਾ ਬਲ, ਉਦਮ, ਉਤਸ਼ਾਹ ਪੈਦਾ ਕੀਤਾ ਅਤੇ ਨਾਲ ਆਖਿਆ ਜੇ ਇਸ਼ਕ ਹੀ ਕਰਨਾ ਹੈ, ਜੇ ਆਸ਼ਕ ਹੀ ਬਣਨਾ ਹੈ ਤੇ ਉਹਦਾ ਬਣ, ਜਿਹਦਾ ਇਸ਼ਕ ਕਰਨ ਲੱਗਿਆਂ, ਜਿਹਦਾ ਆਸ਼ਕ ਬਣ ਲੱਗਿਆਂ, ਮਾਣ ਨਾਲ ਤੇਰਾ ਵੀ ਸਿਰ ਉੱਚਾ ਹੋਵੇ। ਜਿਵੇਂ ਅਸੀਂ ਗੁਰੂ ਅੰਗਦ ਸਾਹਿਬ ਜੀ ਦੇ ਬਚਨਾਂ ਵਿੱਚ ਆਸ਼ਕ ਸ਼ਬਦ ਪੜ੍ਹਿਆ, ਇੱਦਾਂ ਹੀ ਭਗਤ ਫਰੀਦ ਜੀ ਦੇ ਪਾਵਨ ਸ਼ਬਦਾਂ ਵਿੱਚ ਵੀ ਇਹ ਬਚਨ ਆਉਂਦਾ ਹੈ, ਦਿਲੋਂ ਮੁਹੱਬਤ ਜਿਨ ਸਈ ਸਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ, ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰਤੀ। ਇੱਥੇ ਆਸ਼ਕ ਸ਼ਬਦ ਵਰਤੇ ਹੈ, ਉੱਥੇ ਇਸ਼ਕ ਸ਼ਬਦ ਵਰਤੇ ਹੈ। ਤੋ ਖੈਰ, ਜਿਹੜਾ ਆਸ਼ਕ ਇਸ਼ਕ, ਕਿਉਂਕਿ ਇਹਨੂੰ ਬਹੁਤ ਨੀਵਾਂ ਕਰਤਾ ਹੈ। 2 ਕਿਸਮ ਦੇ ਇਸ਼ਕ ਦੀ ਗੱਲ ਆਉਂਦੀ ਹੈ। ਇੱਕ ਹਕੀਕੀ ਇਸ਼ਕ, ਜਿਹਦੇ ਵਿੱਚ ਇਸ਼ਕ ਕਰਨ ਵਾਲਾ ਆਪਣਾ ਸਭ ਕੁਝ ਕੁਰਬਾਨ ਕਰ ਦਿੰਦਾ ਹੈ, ਵਾਰ ਦਿੰਦਾ ਹੈ, ਅਤੇ ਉਸ ਇਸ਼ਕ ਦੇ ਨਾਲ ਸਮਾਜ ਦਾ ਕਦੀ ਵੀ ਸਿਰ ਨੀਵਾਂ ਨਹੀਂ ਹੁੰਦਾ, ਪਰਿਵਾਰ ਦਾ ਸਿਰ ਨੀਵਾਂ ਨਹੀਂ ਹੁੰਦਾ। ਪਰਿਵਾਰ ਈਵਨ ਇੱਥੋਂ ਤੱਕ ਸਮਾਜ ਵੀ ਮਾਣ ਕਰਦਾ, ਦੁਨੀਆ ਦੇ ਲੋਕ ਵੀ ਮਾਣ ਕਰਦੇ ਨੇ ਕਿ ਇਹੋ ਜਿਹੇ ਆਸ਼ਿਕ ਘਰ ਘਰ ਪੈਦਾ ਹੋਣੇ ਚਾਹੀਦੇ ਨੇ, ਜਿਹੜੇ ਨੇਹ ਲੱਗਣ 'ਤੇ, ਸੰਬੰਧ ਜੋੜਨ 'ਤੇ ਆਪਣਾ ਆਪ ਵੀ ਕੁਰਬਾਨ ਕਰ ਜਾਂਦੇ ਹਨ। ਇੱਕ ਮਜਾਜੀ ਇਸ਼ਕ ਹੈ ਜਿਹੜਾ ਅੱਜ ਕਿੱਸੇ ਗਾਏ ਜਾ ਰਹੇ ਨੇ, ਚਾਹੇ ਉਹ ਹੀਰ ਰਾਂਝਾ ਹੈ, ਸੱਸੀ ਪੁੰਨੂ ਹੈ, ਮਿਰਜ਼ਾ ਸਾਹਿਬਾਂ ਦੀ ਗੱਲ ਚੱਲਦੀ ਹੈ, ਪਰ ਅੱਜ ਵਾਸਤਵ 'ਚ ਵੇਖਿਆ ਜਾ ਰਿਹਾ ਹੈ ਮਜਾਜੀ ਇਸ਼ਕ ਦਾ ਪ੍ਰਭਾਵ ਸਾਡੀ ਅਜੋਕੀ ਪੀੜ੍ਹੀ ਉੱਤੇ ਜ਼ਿਆਦਾ ਹੈ। ਅਜੋਕੀ ਪੀੜ੍ਹੀ ਦੀ ਗੱਲ ਵੀ ਨਾ ਕਰੀਏ ਤੇ ਅਜੋਕੇ ਸਮਾਜ ਦੀ ਆਪਾਂ ਗੱਲ ਹੀ ਕਰ ਲਈਏ ਕਿ ਹੀਰ ਰਾਂਝਾ ਸੱਸੀ ਪੁੰਨੂ ਦੇ ਗਾਣਿਆਂ 'ਤੇ ਬਜ਼ੁਰਗ ਬੰਦੇ ਵੀ ਮੈਂ ਨੱਚਦੇ ਵੇਖੇ ਨੇ, ਉਹਦੇ ਉੱਤੇ ਭੰਗੜਾ ਪਾਉਂਦੇ ਵੇਖੇ ਨੇ। ਪਰ ਜਦੋਂ ਕਿਤੇ ਅਸਲੀ ਇਸ਼ਕ ਦੀ ਗੱਲ ਆਉਂਦੀ ਹੈ ਤੇ ਚੰਗੇ ਭਲੇ ਬੰਦੇ ਵੀ ਕਈ ਵਾਰੀ ਪੈਰ ਪਿੱਛੇ ਖਿੱਚ ਲੈਂਦੇ ਨੇ। ਪਰ ਗੱਲ ਫਿਰ ਉਹ ਆਉਂਦੀ ਹੈ, ਸਕੂਲਾਂ ਕਾਲਜਾਂ ਦੇ ਵਿੱਚ ਹੀਰ ਰਾਂਝਾ ਸੱਸੀ ਪੁੰਨੂ ਮਿਰਜ਼ਾ ਸਾਹਿਬਾ ਇਹਨਾਂ ਦੇ ਨਾਟਕ ਖੇਡੇ ਜਾਂਦੇ ਨੇ। ਬੜਾ ਮਾਣ ਮਹਿਸੂਸ ਹੁੰਦਾ ਕਈਆਂ ਨੂੰ ਜਦੋਂ ਉਹਨਾਂ ਦਾ ਪੁੱਤ ਮਿਰਜ਼ੇ ਦਾ ਰੋਲ ਅਦਾ ਕਰਦਾ ਹੈ, ਰਾਂਝੇ ਦਾ ਰੋਲ ਅਦਾ ਕਰਦਾ ਹੈ, ਪੁੰਨੂ ਦਾ ਰੋਲ ਅਦਾ ਕਰਦਾ ਹੈ। ਪਰ ਜੇ ਕਿਤੇ ਉਹਨਾਂ ਦੀ ਧੀ ਨੂੰ, ਇੱਕ ਭਰਾ ਦੀ ਭੈਣ ਨੂੰ ਸਾਹਿਬਾਂ ਦਾ ਰੋਲ ਅਦਾ ਕਰਨਾ ਪਵੇ ਉਸੇ ਨਾਟਕ ਵਿੱਚ, ਉਸੇ ਕਾਲਜ ਵਿੱਚ, ਉਦੋਂ ਕਈ ਵਾਰੀ ਘਰ 'ਚ ਲੜਾਈ ਵੀ ਪਾਉਂਦਾ ਹੈ। ਉਦੋਂ ਘਰ ਵਿੱਚ ਕੋਸਦਾ ਵੀ ਹੈ ਵੀ ਇਹ ਕਦਮ ਮੈਂ ਆਪਣੀ ਭੈਣ ਨੂੰ, ਆਪਣੀ ਧੀ ਨੂੰ ਪੱਟਣ ਨਹੀਂ ਦੇਣਾ। ਤੋ ਸਾਧ ਸੰਗਤ ਵੇਖੋ, ਜੇ ਇਸ਼ਕ ਦੀ ਗੱਲ ਕਰੀਏ, ਜੋ ਕਿ ਸਮਾਜ ਦੇ ਵਿੱਚ ਇਹੋ ਜਿਹੇ ਗੰਦੇ ਗਾਣੇ ਗਾਏ, ਲਿਖੇ ਗਏ ਅਤੇ ਗਾਏ ਗਏ, ਜਿਹੜੇ ਵਿਦਿਅਕ ਅਦਾਰੇ ਜੇ ਆਪਾਂ ਗੱਲ ਕਰੀਏ ਉਹਨਾਂ ਨੂੰ ਆਸ਼ਕੀ ਦੇ ਅੱਡੇ ਬਣਾ ਧਰਿਆ ਸਾਡੇ ਸਮਾਜ ਦੇ ਲੋਕਾਂ ਨੇ।
ਅੱਜ ਚੰਗੇ ਭੜੇ ਪਰਿਵਾਰ ਵੀ ਆਪਣੀਆਂ ਧੀਆਂ ਨੂੰ ਸਕੂਲਾਂ ਕਾਲਜਾਂ ਵਿੱਚ ਪੜ੍ਹਾਉਣ ਤੋਂ ਕਈ ਵਾਰੀ ਕੰਨੀ ਕਤਰਾ ਜਾਂਦੇ ਨੇ, ਕਿਉਂਕਿ ਮਾਹੌਲ ਐਸਾ ਸਿਰਜ ਦਿੱਤਾ। ਚਾਹੀਦਾ ਸੀ ਨੱਥ ਪੈਂਦੀ, ਕੋਈ ਸਿਸਟਮ ਐਸਾ ਬਣਦਾ, ਕਾਨੂੰਨ ਐਸੇ ਬਣਦੇ ਜਿੱਥੇ ਇਦਾਂ ਦੇ ਗਾਣੇ ਗਾਏ ਜਾਂਦੇ, ਪ੍ਰਮੋਟ ਕੀਤਾ ਜਾਂਦਾ ਹੈ। ਪਰ ਗੱਲ ਉੱਥੇ ਗਾਹਕ ਦੀ ਹੈ। ਜਦੋਂ ਗਾਹਕ ਹੀ ਕਸਟਮਰ ਹੀ ਜਦੋਂ ਜ਼ਹਿਰ ਖਰੀਦਣ ਲਈ ਤਿਆਰ ਨੇ ਤੇ ਪਿਆਰੇ ਉਹਨਾਂ ਨੂੰ ਤੁਹਾਨੂੰ ਅੰਮ੍ਰਿਤ ਵੰਡਣ ਦੀ ਕੀ ਲੋੜ ਪੈ ਗਈ। ਤਾਂ ਖੈਰ ਜਿਹੜੀ ਮੈਂ ਬੇਨਤੀ ਕਰ ਰਿਹਾ, ਇੱਥੇ ਸ਼ਬਦ ਵਰਤਿਆ ਹੈ ਆਸ਼ਿਕ ਇਹ ਨਾ ਆਖੀਐ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਆਸ਼ਿਕ ਨਹੀਂ ਕਦੀ ਵੀ ਅਖਵਾ ਸਕਦੇ ਜੇ ਜਿਹੜੇ ਲੇਖੇ ਵਰਤੈ ਸੋਏ, ਜਿਹੜੇ ਲੇਖਿਆਂ ਜੋਖਿਆਂ 'ਚ ਪੈ ਗਏ। ਕਿਉਂਕਿ ਇੱਥੇ ਹਕੀਕੀ ਆਸ਼ਿਕ ਦੀ ਗੱਲ ਹੋ ਰਹੀ ਹੈ। ਉਹ ਆਸ਼ਿਕ ਨਹੀਂ ਹੋ ਸਕਦਾ ਜਿਹੜਾ ਗਿਣਤੀਆਂ ਮਿਣਤੀਆਂ ਵਿੱਚ ਪੈ ਜਾਏ। ਤਾਂ ਜਦੋਂ ਆਪਾਂ ਗੁਰਬਾਣੀ ਵਿੱਚ ਇਹ ਸ਼ਬਦ ਪੜ੍ਹਦੇ ਹਾਂ, ਕਬੀਰ ਜਪਨੀ ਕਾਠ ਕੀ ਕਿਆ ਦਿਖਲਾ ਮੈਂ ਲੋਏ, ਹਿਰਦੇ ਰਾਮ ਨਾ ਚੇਤੀ ਇਹ ਜਪਨੀ ਕਿਆ ਹੋਏ। ਇੱਥੇ ਬੜੇ ਆਸ਼ਿਕ ਆਪਣੇ ਆਪ ਨੂੰ ਅਖਵਾਉਣ ਵਾਲੇ ਜਿਹੜੇ ਗਿਣਤੀਆਂ ਮਿਣਤੀਆਂ ਵੀ ਕਰਦੇ ਨੇ ਤੇ ਸੱਚੇ ਸਿੱਖ ਹੋਣ ਦਾ ਵੀ ਕਿਤੇ ਨਾ ਕਿਤੇ ਭਰਮ ਪਾਲ ਕੇ ਬੈਠੇ ਹੋਏ ਨੇ। ਹੱਦ ਹੋ ਗਈ। ਜੇ ਤੂੰ ਇਸ਼ਕ ਹੀ ਕਰ ਰਿਹਾ ਹੈ ਤੇ ਗਿਣਤੀਆਂ ਮਿਣਤੀਆਂ ਦੀ ਕੀ ਲੋੜ ਪੈ ਗਈ। ਅੱਜ ਕਈਆਂ ਬੰਦਿਆਂ ਨੇ ਹੱਥਾਂ ਵਿੱਚ ਸਿਮਰਨੇ ਫੜੇ ਨੇ, ਉਹ ਘੰਟਿਆਂ ਬੱਧੀ ਆਪਣੇ ਹੱਥਾਂ ਵਿੱਚ ਫੜ ਕੇ ਮਾਲਾ ਤੇ ਇੱਦਾਂ ਨਾਮ ਜਪਦੇ ਨੇ, ਮਾਲਾ ਫੇਰਦੇ ਨੇ। ਤੇ ਜੇ ਕੋਈ ਉਹਨਾਂ ਨੂੰ ਬਾਣੀ ਦੀ ਦਲੀਲ ਦੇ ਕੇ ਪ੍ਰਚਾਰਕ ਰਾਗੀ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਉਹ ਅੱਗਿਓਂ ਇਸ ਗੱਲ ਤੇ ਚਿੜਦੇ ਨੇ, ਤੁਹਾਡਾ ਕੀ ਨੁਕਸਾਨ ਇਹਦੇ ਵਿੱਚ। ਅਸੀਂ ਕਿਸੇ ਨੂੰ ਕੀ ਕਹਿੰਦੇ ਆ, ਨੁਕਸਾਨ ਕਿਸੇ ਦਾ ਨਹੀਂ ਹੈ ਭਾਈ। ਗੱਲ ਨੇਮ ਦੀ ਹੈ, ਗੱਲ ਮਰਿਆਦਾ ਦੀ ਹੈ। ਜੇ ਅਸੀਂ ਵਾਕਿਆ ਗੁਰਬਾਣੀ ਨੂੰ ਗੁਰੂ ਮੰਨਦੇ ਹਾਂ ਤੇ ਗੁਰਬਾਣੀ 'ਚੋਂ ਕੋਈ ਤੋਹ ਕੱਢ ਕੇ ਵਿਖਾਓ ਜਿੱਥੇ ਗੁਰਬਾਣੀ ਨੇ ਮਾਲਾ ਦੀ ਪ੍ਰੋੜਤਾ ਕੀਤੀ ਹੋਵੇ। ਨਾਲੇ ਜੇ ਤੇ ਮਾਲਾ ਨਾਲ ਹੀ ਨਾਮ ਜਪਿਆ ਜਾਣਾ ਹੈ ਕਿ ਹਰ ਕਿਰਤੀ ਬੰਦਾ ਮਾਲਾ ਫੇਰ ਸਕਦਾ ਹੈ। ਜਿਹਨੇ 10 ਮੱਝਾਂ ਦੇ ਖੇਤਾਂ 'ਚੋਂ ਪੱਠੇ ਲੈ ਕੇ ਆਉਣੇ ਉਹਨੂੰ ਤੁਸੀਂ ਕਹੋ ਮਾਲਾ ਫੇਰ, ਰਿਕਸ਼ੇ ਵਾਲੇ ਨੂੰ ਕਹਿ ਕੇ ਵੇਖੋ ਮਾਲਾ ਫੇਰ, ਜਿਹੜਾ ਸਾਰੀ ਦਿਹਾੜੀ ਟੁੱਟੀਆਂ ਜੁੱਤੀਆਂ ਗੰਢਦਾ ਹੈ ਮੋਚੀ ਉਹਨੂੰ ਕਹੋ ਤੁਸੀਂ ਮਾਲਾ ਫੇਰ। ਇਹ ਤਾਂ ਫਿਰ ਵਿਹਲੜ ਬੰਦਾ ਫੇਰ ਸਕਦਾ ਹੈ। ਨਾਲੇ ਜਦੋਂ ਮਾਲਾ ਨੂੰ ਗੁਰੂ ਸਾਹਿਬ ਦੀ ਬਾਣੀ ਨੇ ਪ੍ਰਵਾਨਗੀ ਨਹੀਂ ਦਿੱਤੀ, ਮਾਨਤਾ ਹੀ ਕੋਈ ਨਹੀਂ ਦਿੱਤੀ। ਹਾਂ, ਇੱਕ ਮਾਲਾ ਫੇਰਨ ਦੀ ਗੱਲ ਬਾਣੀ ਨੇ ਜ਼ਰੂਰ ਕਹੀ ਹੈ, ਜਿਹੜੀ ਮੈਨੂੰ ਲੱਗਦਾ ਸਾਨੂੰ ਔਖੀ ਲੱਗਦੀ। ਉਹ ਕਿਹੜੀ ਹੈ? ਸਾਲ ਗ੍ਰਾਮ ਬਿਪ ਪੂਜ ਮਨਾਵੋ ਸੋਕ੍ਰਿਤ ਤੁਲਸੀ ਮਾਲਾ। ਜਾਨੀ ਕਿ ਆਪਣੇ ਆਚਰਣ ਨੂੰ ਵਧੀਆ ਬਣਾਉਣਾ, ਨੇਕ ਆਚਰਣ ਬਣਾਉਣਾ ਹੀ ਸਾਡੇ ਵਾਸਤੇ ਤੁਲਸੀ ਦੀ ਮਾਲਾ ਹੈ। ਜਾਨੀ ਕਿ ਸਾਨੂੰ ਵੱਖਰੀ ਮਾਲਾ ਫੇਰਨ ਦੀ ਕੋਈ ਜ਼ਰੂਰਤ ਨਹੀਂ। ਪਰ ਵੇਖੋ ਕਿੱਦਾਂ ਸਾਡੇ ਤੁਸੀਂ ਵੇਖੇ ਹੋਣੇ ਕਈ ਸਮਾਗਮ ਜਿੱਥੇ ਬਾਹਰ ਸਟਾਲ ਮਾਲਾ ਦੇ ਲੱਗਦੇ ਨੇ, ਸਿਮਰਨੇ ਵੇਚੇ ਜਾ ਰਹੇ ਨੇ, ਸਿਮਰਨੇ ਵੰਡੇ ਜਾ ਰਹੇ ਨੇ। ਪਹਿਲਾਂ ਤਾਂ ਸ਼ਰਾਰਤ ਉਦੋਂ ਹੋਈ ਜਦੋਂ ਗੁਰੂ ਸਾਹਿਬ ਦੀਆਂ ਮਨੋਕਲਪਤ ਤਸਵੀਰਾਂ ਤਿਆਰ ਹੋਈਆਂ। ਉਹਨਾਂ ਤਸਵੀਰਾਂ ਦੇ ਵਿੱਚ ਗੁਰੂ ਸਾਹਿਬ ਦੇ ਸਿਰ 'ਤੇ ਵੀ ਸਿਮਰਨਾ ਪਵਾਤਾ, ਗਲ ਵਿੱਚ ਵੀ ਮਾਲਾ ਪਵਾਤੀ, ਹੱਥਾਂ 'ਚ ਵੀ ਮਾਲਾ ਫੜਾ ਦਿੱਤੀਆਂ। ਕਿਉਂਕਿ ਇਹਦੇ ਪਿੱਛੇ ਬੜਾ ਕੋਝੀ ਚਾਲ ਚੱਲੀ ਗਈ ਕਿ ਡੇਰੇਦਾਰਾਂ ਨੇ ਵੀ ਫਿਰ ਆਪਣੇ ਬਾਬਿਆਂ ਦੀਆਂ ਇੱਦਾਂ ਦੀਆਂ ਫੋਟੋਆਂ ਬਣਾਈਆਂ ਤੇ ਉਹਨਾਂ ਫੋਟੋਆਂ ਦੇ ਉੱਤੇ ਮਾਲਾ ਇੱਦਾਂ ਪਵਾ ਦਿੱਤੀਆਂ। ਘਰਾਂ 'ਚ ਸਿਮਰਨੇ ਆਮ ਹੀ ਤੁਸੀਂ ਵੇਖੋ ਕਈ ਬੰਦੇ ਤੁਹਾਨੂੰ ਹੱਥਾਂ 'ਚ ਮਾਲਾ ਫੇਰਦੇ ਨਜ਼ਰ ਆਉਣਗੇ। ਤੋ ਇਹ ਸਰੋਤਿਆਂ ਨੂੰ ਬੇਨਤੀ ਕਰਦੀ, ਇੱਕ ਵਾਰ ਪੁੱਛਿਆ ਜ਼ਰੂਰ ਕਰੋ ਕਿ ਗੁਰਬਾਣੀ ਮਾਲਾ ਫੇਰਨ ਦੀ ਅਗਵਾਈ ਭਰਦੀ ਹੈ। ਇੱਥੇ ਤਾਂ ਲਿਖਿਆ ਕਬੀਰ ਜਪਣੀ ਕਾਠ ਕੀ, ਜਪਣੀ ਮੀਨਿੰਗ ਮਾਲਾ, ਕਾਠ ਮੀਨਿੰਗ ਲੱਕੜ, ਰੁਦਰਾਖਤ ਦੀ ਮਾਲਾ। ਕਬੀਰ ਜਪਣੀ ਕਾਠ ਕੀ ਕਿਆ ਦਿਖਲਾਵੇਂ ਲੋਏ, ਕੀ ਲੋਕਾਂ ਨੂੰ ਮਾਲਾ ਵਿਖਾਉਂਦਾ ਪਿਆ। ਹਿਰਦੇ ਰਾਮ ਨਾ ਚੇਤਈ, ਜੇ ਹਿਰਦੇ ਵਿੱਚ ਤੇਰੇ ਸੱਚ ਨਹੀਂ ਇਹ ਜਪਣੀ ਕਿਆ ਹੋਏ। ਬਾਹਰ ਦੀ ਤੇਰੀ ਮਾਲਾ ਫੇਰੀ ਕੀ ਕਹੇਗੀ। ਇੱਥੇ ਸ਼ਬਦ ਵਰਤਿਆ ਆਸ਼ਿਕ ਇਹ ਨਾ ਆਖੀਐ, ਜੇ ਲੇਖੇ ਵਰਤੇ ਸੋਏ। ਉਹ ਕਾਹਦਾ ਆਸ਼ਿਕ? ਜਿਹੜਾ ਗਿਣਤੀਆਂ ਮਿਣਤੀਆਂ ਵਿੱਚ ਪੈ ਗਿਆ। ਸਤਿਗੁਰ ਸੇਤੀ ਗਣਤ ਜੇ ਰੱਖੈ, ਹਲਤ ਪਲਤ ਸਭ ਤਿਸਕਾ ਗਿਆ। ਜਿਹੜਾ ਆਪਣੇ ਸਤਿਗੁਰ ਨਾਲ ਗਿਣਤੀਆਂ ਮਿਣਤੀਆਂ ਵਿੱਚ ਪੈ ਜਾਂਦਾ ਹੈ, ਜਿਹੜਾ ਹਿਸਾਬ ਕਿਤਾਬ ਵਿੱਚ ਪੈ ਜਾਂਦਾ ਹੈ, ਉਹ ਆਪਣਾ ਅੱਜ ਤੇ ਆਪਣਾ ਕੱਲ੍ਹ ਗਵਾ ਲੈਂਦਾ ਹੈ। ਤੋ ਖੈਰ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਪਾਤਸ਼ਾਹ ਇੱਥੇ ਕਹਿੰਦੇ ਨੇ ਇਹ ਕਿਨੇ ਹੀ ਆਸ਼ਕੀ। ਉਹ ਕਾਹਦੀ ਆਸ਼ਕੀ? ਦੂਜਾ ਲੱਗੇ ਜਾਏ। ਉਹ ਕਾਹਦਾ ਇਸ਼ਕ ਹੈ ਜਿਹੜਾ ਦੂਜੇ ਨਾਲ ਸੰਬੰਧ ਜੋੜ ਕੇ ਬੈਠਾ ਹੈ। ਅੱਜ ਇਹ ਸਿੱਖ ਤੇ ਬੜਾ ਵੱਡਾ ਇੱਕ ਸਵਾਲ ਹੈ। ਹੁਣ ਜਿਹੜੇ ਬੰਦੇ ਥਾਂ ਥਾਂ ਤੇ, ਮੈਂ ਕਈ ਵਾਰੀ ਬੇਨਤੀ ਕਰਦਾ ਨਾ, ਜੇ ਤੁਹਾਡੀ ਕਬਰ ਤੇ ਹੀ ਆਸ਼ਕੀ ਹੈ ਨਾ ਤੇ ਕਬਰ ਤੱਕ ਸੀਮਤ ਰਹੋ। ਫਿਰ ਭਾਈ ਜੇ ਤੇਰਾ ਇਸ਼ਕ ਹੈ, ਹੁਣ ਇਸ਼ਕ ਤੇ ਉਹਨੂੰ ਹੀ ਪ੍ਰਵਾਨ ਹੈ ਜਿੱਥੇ ਤੂੰ ਕਰਦਾ ਉੱਥੇ ਪਾਸੇ ਨਾ ਕਿਸੇ ਹੋਰ ਵੱਲ ਵੇਖੇ। ਵੀ ਜੇ ਤੂੰ ਕਬਰ ਤੇ, ਹੁਣ ਸਵੇਰੇ ਕਬਰ ਤੇ ਦੀਵਾ ਜਗਾ ਲਿਆ, ਸ਼ਾਮਾਂ ਨੂੰ ਪਾਠ ਕਰ ਲਿਆ, ਸਵੇਰੇ ਪਾਠ ਕਰਾ ਲਿਆ, ਸ਼ਾਮਾਂ ਨੂੰ ਜਗਰਾਤਾ ਕਰਾ ਲਿਆ, ਯਾਨੀ ਕਿ ਕੋਈ ਥਾਂ ਛੱਡਿਆ ਹੀ ਨਹੀਂ, ਵੀ ਕੋਈ ਇੱਕ ਥਾਂ ਤੇ ਆਣ ਕੇ ਬੈਠੇ ਨਹੀਂ। ਇੱਥੇ ਸ਼ਬਦ ਵਰਤਿਆ ਇਹ ਕਿਨੇ ਹੀ ਆਸ਼ਕੀ। ਮੈਂ ਕਦੀ ਕਦੀ ਸੋਚਦਾ ਗੁਰੂ ਅੰਗਦ ਸਾਹਿਬ ਜੀ ਦੇ ਇਹ ਸ਼ਲੋਕ ਉਹਨਾਂ ਦੇ ਜੀਵਨ ਦੀ ਵਿਆਖਿਆ ਵੀ ਕਰਦੇ ਨੇ, ਕਿਉਂਕਿ ਗੁਰੂ ਅੰਗਦ ਸਾਹਿਬ ਕਦੀ ਵੈਸ਼ਨੋ ਦੇਵੀ ਦੇ ਜਾਂਦੇ ਰਹੇ। ਤਾਂ ਜਦੋਂ ਸਮਝ ਲੱਗੀ ਉਹਨਾਂ ਆਖਿਆ ਕਾਹਦੀ ਆਸ਼ਕੀ, ਵੀ ਜੇ ਅੱਜ ਮੈਂ ਗੁਰੂ ਦੀ ਸਿੱਖਿਆ ਵੀ ਲਈ ਜਾਵਾਂ ਤੇ ਵੈਸ਼ਨੋ ਦੇਵੀ ਤੇ ਘੁੰਗਰੂ ਬੰਨ੍ਹ ਕੇ ਵੀ ਉੱਥੇ ਤੁਰਿਆ ਫਿਰਾਂ। ਕਹਿੰਦੇ ਨਾ ਭਾਈ, ਜਦੋਂ ਨਹੀਂ ਸੀ ਪਤਾ ਗਿਆ, ਅੱਜ ਪਤਾ ਲੱਗ ਗਿਆ, ਹੁਣ ਉੱਧਰ ਨਹੀਂ ਗਿਆ। ਜੇ ਅਜੇ ਵੀ ਜਾਂਦੇ ਆ ਤਾਂ ਫਿਰ ਮੈਂ ਕਾਹਦਾ ਆਸ਼ਿਕ ਹਾਂ, ਮੈਂ ਕਾਹਦਾ ਆਪਣੇ ਗੁਰੂ ਨਾਲ ਪਿਆਰ ਕੀਤਾ। ਇਹ ਕਿਨੇ ਹੀ ਆਸ਼ਕੀ
ਦੂਜੇ ਲੱਗੈ ਜਾਏ। ਜੇ ਮੈਂ ਦੂਜੇ ਨਾਲ ਲੱਗ ਗਿਆ, ਦੂਜੇ ਬੰਨੇ ਤੁਰ ਪਿਆ, ਸੱਚ ਨੂੰ ਛੱਡ ਕੇ, ਮਾਲਕ ਨੂੰ ਛੱਡ ਕੇ ਜੇ ਮੈਂ ਸੰਬੰਧ ਦੂਜੇ ਨਾਲ ਜੋੜ ਲਿਆ, ਕਿਆ ਜਪ, ਕਿਆ ਤਪ, ਕਿਆ ਬ੍ਰਤ ਪੂਜਾ, ਜਾਂ ਕੇ ਹਿਰਦੈ ਭਾਉ ਹੈ ਦੂਜਾ। ਰੇ ਜਾਨਾ ਮਨ ਮਾਧੋ ਸਿਉ ਲਾਈਐ, ਚਤੁਰਾਈ ਨਾ ਚਤੁਰ ਪੁਜ ਪਾਈਐ। ਚਤੁਰਾਈਆਂ ਨਾਲ, ਚਲਾਕੀਆਂ ਨਾਲ ਉਹਦੀ ਪ੍ਰਾਪਤੀ ਨਹੀਂ ਹੋਣੀ ਜੇ ਤੇਰੇ ਅੰਦਰ ਇੱਕ ਤੋਂ ਬਿਨਾਂ ਦੂਜੇ ਦੇ ਨਾਲ ਕਿਤੇ ਨਾ ਕਿਤੇ ਖਿਆਲ ਤੇਰੇ ਦਿਮਾਗ ਵਿੱਚ ਆਉਂਦਾ ਹੈ। ਹੁਣ ਇੱਥੇ ਗੱਲ ਉਸ ਸਿੱਖ ਦੀ ਕੀਤੀ ਹੈ ਜਿਹੜਾ ਆਪਣੇ ਗੁਰੂ ਤੋਂ ਸਭ ਕੁਝ ਕੁਰਬਾਨ ਕਰਦਾ ਸੀ। ਵੇਖੋ, ਜਦੋਂ ਆਪਾਂ ਹਕੀਕੀ ਇਸ਼ਕ ਵਾਲਿਆਂ ਦੀ ਗੱਲ ਕਰਦੇ ਨਾ ਪਿਆਰਿਓ, ਭਾਈ ਤਾਰੂ ਸਿੰਘ ਨੇ ਇਸ਼ਕ ਕੀਤਾ, ਭਾਈ ਮਤੀ ਦਾਸ ਨੇ ਇਸ਼ਕ ਕੀਤਾ, ਭਾਈ ਸਤੀ ਦਾਸ ਨੇ ਇਸ਼ਕ ਕੀਤਾ, ਭਾਈ ਦਿਆਲਾ ਜੀ ਨੇ ਇਸ਼ਕ ਕੀਤਾ। ਤੇ ਇਸ਼ਕ ਕਰਨ ਵਾਲੇ ਦੇ ਸਾਹਮਣੇ ਇੱਕ ਸਵਾਲ ਹੈ। ਉਹ ਕਹਿੰਦੇ, ਤੂੰ ਇਸ਼ਕ ਕਰਦਾ ਆਪਣੇ ਗੁਰੂ ਨਾਲ? ਆਂਦੇ ਹਾਂਜੀ। ਕਹਿੰਦੇ, ਇਹ ਇਸ਼ਕ ਵਾਸਤੇ ਤੂੰ ਕੀ ਕੁਝ ਕਰ ਸਕਦਾ ਹੈ? ਕਹਿੰਦੇ, ਹਰ ਇਮਤਿਹਾਨ 'ਚੋਂ ਪਾਸ ਹੋ ਸਕਦਾ। ਕਮਾਲ ਦੀ ਗੱਲ ਵੇਖੋ, ਆਰੇ ਨਾਲ ਚੀਰਿਆ ਗਿਆ ਪਰ ਆਪਣਾ ਇਸ਼ਕ ਵਿੱਚ ਫਿੱਕ ਨਹੀਂ ਪੈਣ ਦਿੱਤੀ। ਇੱਥੋਂ ਤੱਕ ਦੇਗ ਵਿੱਚ ਉਬਾਲਾ ਦਿੱਤਾ ਗਿਆ ਭਾਈ ਦਿਆਲਾ ਜੀ ਨੂੰ, ਉਸ ਇਸ਼ਕ ਨੂੰ ਫਿੱਕਾ ਨਹੀਂ ਪੈਣ ਦਿੱਤਾ। ਰੂੰ ਵਿੱਚ ਲਪੇਟ ਕੇ ਸਾੜਨਾ ਵੀ ਇੱਕ ਬਹੁਤ ਵੱਡਾ ਤਸੀਹਾ ਸੀ। ਜਿਉਂ-ਜਿਉਂ ਰੂੰ ਇਕੱਠਾ ਹੋਏਗਾ, ਨਾਲ ਹੱਡੀਆਂ ਤੋਂ ਮਾਸ ਸੜਦਾ ਜਾਏਗਾ। ਜਿਉਂਦੇ ਜੀ ਇੱਕ ਗੁਰੂ ਕੇ ਪਿਆਰੇ ਸਿੱਖ ਨੂੰ ਰੂੰ ਵਿੱਚ ਲਪੇਟ ਕੇ ਸਾੜਨਾ, ਇਹ ਮੈਂ ਕਹਿੰਦਾ ਇੱਕ ਇਸ਼ਕ ਦੀ ਇੰਤਹਾ ਹੈ, ਐਂਡ ਹੈ। ਵੀ ਜਿੱਥੇ ਆਸ਼ਿਕ ਇਸ਼ਕ ਕਰਨ ਵਾਲੇ ਦੇ ਨਾਲ, ਜਿਹਦੇ ਨਾਲ ਪਿਆਰ ਕਰਦਾ ਹੈ, ਹਰ ਕੁਰਬਾਨੀ ਦੇਣ ਵਾਸਤੇ ਤਿਆਰ ਹੈ। ਆਪਾਂ ਕਹਾਂਗੇ ਇੱਥੇ ਤੇ ਗੁਰੂ ਸਾਹਮਣੇ ਖਲੋਤਾ ਸੀ, ਸਿੱਖ ਇਮਤਿਹਾਨ 'ਚੋਂ ਪਾਸ ਹੋ ਗਿਆ। ਭਾਈ ਤਾਰੂ ਸਾਹਿਬ, ਜੇ ਭਾਈ ਤਾਰੂ ਸਿੰਘ ਦੀ ਗੱਲ ਕਰੀਏ ਤਾਂ ਉਹ ਤੇ ਕਿੰਨੇ ਸਾਲ ਬਾਅਦ ਦੀਆਂ ਗੱਲਾਂ ਨੇ ਪਿਆਰਿਓ। 25 ਸਾਲ ਦਾ ਨੌਜਵਾਨ ਖੋਪਰ ਉਤਾਰਿਆ ਗਿਆ, ਭਾਈ ਮਨੀ ਸਿੰਘ ਦਾ ਬੰਦ ਕੱਟਿਆ ਗਿਆ। ਕਿੰਨੇ ਗੁਰੂ ਕੇ ਪਿਆਰੇ ਸਿੱਖ ਨੇ ਜਿਨ੍ਹਾਂ ਦੇ ਆਪਾਂ ਨਾਂ ਲਈਏ ਤੋ ਜਿਨ੍ਹਾਂ ਗੁਰੂ ਕੇ ਪਿਆਰਿਆਂ ਨੇ ਆਪ ਕੁਰਬਾਨ ਕੀਤਾ, ਸਵਾਲ ਰੱਖੇ ਗਏ ਉਹਨਾਂ ਸਾਹਮਣੇ। ਅੱਜ ਜਦੋਂ ਅਸੀਂ ਅਰਦਾਸ ਵਿੱਚ ਉਹਨਾਂ ਦੇ ਨਾਂ ਲੈਂਦੇ ਹਾਂ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਇਹ ਸਾਰੇ ਹਕੀਕੀ ਇਸ਼ਕ ਵਾਲੇ ਨੇ। ਇਹ ਹਕੀਕੀ ਇਸ਼ਕ ਵਾਲੇ ਨੇ ਜਿਨ੍ਹਾਂ ਨੇ ਆਪਣੇ ਅੰਦਰ ਦੂਜੇ ਨਾਲ ਸੰਬੰਧ ਜੋੜਨਾ, ਦੂਜੇ ਨਾਲ ਆਪਣੇ ਦਿਮਾਗ 'ਚ ਖਿਆਲ ਆਉਣ ਦਾ ਕਿਤੇ ਨਾ ਕਿਤੇ ਇੱਕ ਫੁਰਨਾ ਵੀ ਨਹੀਂ ਆਉਣ ਦਿੱਤਾ ਵੀ ਇੱਕ ਖਿਆਲ ਦਿਮਾਗ ਵਿੱਚ ਦੂਜੇ ਦੇ ਪ੍ਰਤੀ ਆ ਜਾਏ। ਇੱਥੇ ਸ਼ਬਦ ਵਰਤਿਆ, ਇਹ ਕਿਨੇ ਹੀ ਆਸ਼ਿਕੀ ਦੂਜੇ ਲੱਗੇ ਜਾਏ, ਨਾਨਕ ਆਸ਼ਿਕ ਕਾਂਢੀਏ। ਹੇ ਨਾਨਕ, ਆਸ਼ਿਕ ਉਹਨੂੰ ਆਖਿਆ ਜਾਂਦਾ ਹੈ ਕਿਹਨੂੰ? ਸਦ ਹੀ ਰਹਿ ਸਮਾਏ। ਜਿਹੜਾ ਆਸ਼ਿਕ ਸਦਾ ਹੀ ਜਿਹਦੇ ਨਾਲ ਇਸ਼ਕ ਕਰਦਾ ਹੋਵੇ, ਉਹਦੀ ਯਾਦ ਵੀ ਸਮਾਇਆ ਰਵੇ। ਹੁਣ ਉਹਨਾਂ ਮਾਵਾਂ ਦਾ ਧਿਆਨ ਧਰੋ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਨਿੱਕੇ ਨਿੱਕੇ ਟੁਕੜੇ ਕਰਵਾ ਗਲਾਂ ਵਿੱਚ ਹਾਰ ਪਵਾ ਲਏ, ਬੰਦ ਕੱਟੇ ਗਏ, ਨਿੱਕੇ ਨਿੱਕੇ ਪੀਸ ਬੱਚਿਆਂ ਦੇ ਕੀਤੇ ਗਏ, ਮਾਵਾਂ ਦੇ ਗਲਾਂ ਵਿੱਚ ਹਾਰ ਪਾਏ ਗਏ। ਮਾਵਾਂ ਡੋਲੀਆਂ ਤੱਕ ਨਹੀਂ, ਮਾਵਾਂ ਘਬਰਾਈਆਂ ਤੱਕ ਨਹੀਂ। ਕਿਉਂ? ਕਿਉਂਕਿ ਉਹ ਇਸ਼ਕ ਕਰਦੀਆਂ ਸਨ, ਆਪਣੇ ਉਸ ਮਾਲਕ ਵਿੱਚ ਇੱਕ ਰਸ ਸਮਾਈਆਂ ਹੋਈਆਂ ਸਨ ਸਾਹਿਬ। ਕਿਉਂਕਿ ਆਪਾਂ ਪੌੜੀ 'ਚ ਪੜ੍ਹ ਚੁੱਕੇ ਹਾਂ ਪਹਿਲਾਂ, ਜਿਤ ਸੇਵਿਆਂ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਆਪਾਂ ਉਹ ਬਚਨ ਬੜੇ ਪਿਆਰ ਨਾਲ ਪੜ੍ਹ ਚੁੱਕੇ ਹਾਂ। ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ, ਜਿਉਂ ਸਾਹਿਬ ਨਾਲ ਨਾ ਹਾਰੀਐ। ਇਹ ਇਸ਼ਕ ਦੀ ਡੈਫੀਨੇਸ਼ਨ ਸੀ ਵੀ ਉਹ ਪਾਸਾ ਢਾਲਣਾ ਹੈ, ਉਹ ਇਸ਼ਕ ਕਰਨਾ ਕਿ ਮੈਂ ਆਪਣੇ ਸਾਹਿਬ ਨਾਲੋਂ ਨਾਤਾ ਨਾ ਤੋੜ ਸਕਾਂ। ਜਿਉਂ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ, ਕਿਛ ਲਾਹੀ ਉੱਪਰ ਕਾਲੀਐ। ਨਾਲ ਵੇਖੋ ਇਹਦੇ ਨਾਲ ਜਿਹੜਾ ਸ਼ਲੋਕ ਆਇਆ, ਕਿੰਨੇ ਸੋਹਣੇ ਤਰੀਕੇ ਨਾਲ ਗੁਰਦੇਵ ਨੇ ਇੱਕ ਵਿਸ਼ੇ ਨੂੰ ਅੱਗੇ ਤੋਰਿਆ। ਆਸ਼ਿਕ ਫਿਰ ਉਹ ਕੰਮ ਕਰਦਾ ਹੈ ਜਿਹਦੇ ਨਾਲ ਉਹਦਾ ਆਤਮਿਕ ਸਰਮਾਇਆ ਬਚਿਆ ਰਹੇ। ਹੁਣ ਆਪਾਂ ਇਹਦੇ ਨਾਲ ਦੂਜੀ ਗੱਲ ਕਰ ਲਈਏ ਮਜਾਜੀ ਇਸ਼ਕ ਦੀ। ਅੱਜ ਪਿਆਰਿਓ, ਸਾਡੇ ਬੱਚੇ, ਸਾਡੇ ਪੁੱਤਰ, ਸਾਡੀਆਂ ਧੀਆਂ ਕਿਹੜੇ ਬੰਨੇ ਤੁਰ ਪਏ। ਜੇ ਇਹ ਇਸ਼ਕ ਗੁਰੂ ਰੱਬ ਨਾਲ ਇਸ਼ਕ ਸਾਡਾ ਪੁੱਤਰ ਧੀ ਕਰੇਗਾ, ਨਾਲੇ ਇਸ ਇਸ਼ਕ ਦੀ ਉਮਰ ਕੋਈ ਨਹੀਂ, ਆੜਾ ਇਸ਼ਕ ਦੀ ਉਮਰ ਕੋਈ ਨਹੀਂ। ਇਹ ਇਸ਼ਕ ਸੱਚ ਨਾਲ, ਗੁਰੂ ਨਾਲ, ਰੱਬ ਨਾਲ, ਰੱਬੀ ਗੁਣਾਂ ਨਾਲ ਜਿਹੜਾ ਪੁੱਤਰ ਧੀ ਇਸ਼ਕ ਕਰੇ ਤੇ ਮਾਂ-ਬਾਪ ਮਾਣ ਮਹਿਸੂਸ ਕਰਦੇ ਨੇ, ਸਾਡੀ ਧੀ ਨੂੰ ਰੱਬ ਦਾ ਇਸ਼ਕ ਹੋ ਗਿਆ, ਪਿਆਰ ਪੈ ਗਿਆ। ਸਾਡਾ ਪੁੱਤਰ, ਸਾਡੀ ਧੀ, ਸਾਡੀ ਮਾਂ, ਸਾਡਾ ਪਿਤਾ, ਪਰਿਵਾਰ ਦੇ ਜੀ। ਕਿਉਂ? ਕਿਉਂਕਿ ਹਕੀਕੀ ਇਸ਼ਕ ਹੈ, ਮਾਣ ਮਹਿਸੂਸ ਕਰੇਗਾ। ਦੂਜੇ ਬੰਨੇ ਮਜਾਜੀ ਇਸ਼ਕ ਹੈ। ਪਹਿਲਾਂ ਤੇ ਗੰਦੇ ਗਾਣੇ ਲਿਖੇ ਗਏ, ਆਓ ਵੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਹੈ। ਤੁਹਾਨੂੰ ਪਤਾ ਹੈ ਵੀ ਕਿਹੜੇ ਗਾਇਕ ਲੋਕ ਸੀ ਜਿਨ੍ਹਾਂ ਨੇ ਇਹ ਗਾਣੇ ਗਾਏ। ਆਓ ਵੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਹੈ, ਕਿਹਨੂੰ ਕਿਹਾ ਸੀ? ਉਹ ਅੱਗ ਕਿਸੇ ਮਰਦ ਨੂੰ ਤਾਂ ਨਹੀਂ ਸੀ ਕਿਹਾ, ਔਰਤ ਨੂੰ ਕਿਹਾ ਸੀ। ਜਦੋਂ ਆਪਾਂ ਪਿਛਲੇ ਸ਼ਲੋਕਾਂ ਵਿੱਚ ਪੜ੍ਹੇ ਆਏ ਵੀ ਔਰਤ ਦੀ ਇਹ ਹਾਲਤ ਬਣਾਉਣ ਵਿੱਚ ਜਿੱਥੇ ਅਖੌਤੀ ਧਾਰਮਿਕ ਲੋਕਾਂ ਨੇ ਕਸਰ ਨਹੀਂ ਛੱਡੀ, ਉੱਥੇ ਇੱਥੇ ਗਾਣੇ ਲਿਖਣ ਵਾਲੇ ਤੇ ਗਾਣੇ ਗਾਉਣ ਵਾਲਿਆਂ ਨੇ ਵੀ ਕੋਈ ਕਸਰ ਨਹੀਂ ਛੱਡੀ। ਜਦੋਂ ਤੁਸੀਂ ਗਾਣੇ ਐਸੇ ਗਾਏ ਨੇ, ਉਹ ਵੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਹੈ, ਜਿੱਥੇ ਧੀਆਂ ਦੇ ਲੱਕ ਮਿਣੇ ਗਏ, ਜਿੱਥੇ ਧੀਆਂ, ਕੋਈ ਗਾਣਾ ਵਿਖਾ ਦਿਓ ਧੀਓ ਭੈਣੋ,
कोई गाना विखा दो जिहड़ा गाना किसी औरत के अंगां तो बिना शुरू हुंदा होवे ते अंगां तो बिना समाप्त हुंदा होवे, एक विखा दिओ। फिर वेखो अज जदों स्कूलों के फंक्शन हुंदे आ सालाना, गुरुआं दे नां गुरु हरकृष्ण पब्लिक स्कूल, गुरु अमरदास पब्लिक स्कूल, गुरु गोबिंद सिंह पब्लिक स्कूल, इदां स्कूलों के नां गुरुआं दे नां ते जदों सालाना फंक्शन हुंदे आ ना उन्हां स्कूलों के, उत्थे गंदियां गाणियां ते उत्ते धीआं पुत्तां दे कोलों भंगड़े ते गिद्धे पवाए जांदे। पुराना समां हुंदा सी, पहिलां भी गल कीती सी कि इंटरटेनमेंट का एक साधन हुंदा सी, ढोली ने ढोल वजाउणा, एक दायरे 'च रह के धीआं साडीआं गिद्धा भी पा लैंदियां सी, पुत्तर साडे भंगड़ा भी पा लैंदे सन। पुराना समां, हुण विआहां शादियां ते एक इंटरटेनमेंट करन दा साधन सी। उत्थे कमाल की गल इह सी भी हर मां नूं हर धी नूं इह पता हुंदा सी भी इत्थे मेरा पिता भी बैठा है, इत्थे मेरे भरा भी बैठे ने, इत्थे मेरे देर जेठ भी बैठे ने, सहुरा भी बैठा है। एक दायरे 'च रह के वो अपना मनोरंजन कर लैंदियां सी ते उदों किसी नूं बाहरों भी नहीं सी कलाकार लैके आउणा पैंदा, क्योंकि ये कला आम ही परिवारां विच हैगी सी। खुशी हुंदी सी 10 मिनट अपना नच टप लैणा, ते इन्हां गल्लां तो गुरमत रोकदी भी नहीं सी। ये भी मैं बेनती कर दियां, इन्हां गल्लां तो गुरमत रोकदी भी नहीं सी भी विआह शादी है सिठणियां पा लैणियां, 10 मिनट धीआं ने गिद्धा पा लैणा। गुरमत इन्नी भी सौड़ी नहीं हैगी भी आपां कहांगे भी जे किसी धी ने गिद्धा पा लिया, किसी भरा ने भंगड़ा पा लिया तो गुरमत नूं बड़ा वड्डा धक्का वजा। गल आण के उत्थे डिगदी है जदों अत दे गंदे गाने गाए तो उन्हां गंदियां गाने दे नतीजे गलत निकले तो उन्हां नतीजियां करके भरावां नूं कई वारी फाह लैके मरना पैंदा है। प्यो बाहर मूँह विखाउण जोगा नहीं रहिंदा, किते ना किते परिवार दे किसी जी दी जीवन लीला मुक जाती है। फिर अखीर कहना पैंदा की खटिया इस आशकी चों, जिस आशकी ने तुहाडे वस दे घर तबाह करते, की खटिया जे तूं। हुण वो कला परिवारां चों गवाच गई भी हस कोई गिद्धा 10 मिनट पा लै, कोई इदां कोई ढोल ते 10 मिनट भंगड़ा पा लै, वो चीज़ घरां चों निकल गई। हुण सानूं गायक बाहरों, कलाकार ऑर्कैस्ट्रा बाहरों लैके आउणियां पैंदियां। फिर उन्हां नूं तुहाडे परिवार दे जीआं नाल की मतलब कि इत्थे इहदा पिता बैठा है, इत्थे दा भरा बैठा है, उत्थे फिर गाए गाओ वेखो सड़कां ते अग तुरी जांदी है, तू नहीं बोलदी तेरे च तेरा यार बोलदा। कमाल की गल है, गाना गाया जा रहा है तो भरा भैन वाल हत्थ करके शब्द बोल रहे हैं। किहड़े किहड़े गंदे गाने। हुण जदों स्कूलों के सालाना फंक्शन हुंदे आ, उत्थे SSP बैठा, वड्डे वड्डे स्कूलों वाले, फिर पुलिस वड्डे जिहड़े अफसर हुंदे उन्हां नूं इनवाइट करदे आ, DC भी आउंदा है, कई वारी SDM उत्थे आउंदा है, SSP आउंदा है, DSP आउंदे ने, SHO आउंदा है, थाणेदार आउंदा है, तहसीलदार, पटवारी, पिंडां दे सरपंच आउंदे ने। जदों स्कूलों के फंक्शन हुंदे ने उन्हां दी हाज़री च जदों गंदे गाने गाए जा रहे हैं तो कई बारी ताड़ियां मारते हैं। हुण बच्चे खुश ने, कहते जे इस गाने नूं ये सारे पतवंते बंदे प्रवानगी दे रहे हैं तो कल नूं इस गाने उत्ते जे अमली रूप भी असीं देता, इहदा अर्थ कोई प्रॉब्लम नहीं है। इहदा अर्थ कोई प्रॉब्लम जे उदों ही असीं कह जांदा भाईया किहड़ा गाना गाया जा रहा है, तुसीं बच्चा नचना टप्पना को करना तो कोई किसी दायरे 'च रह के करो, पर नहीं। काश उदों नत्थ पाई हुंदी, काश जदों ये गाने सैंसर बोर्ड वालों पास किए जाते हैं, काश उदों ही किसी तरीके दे नाल हद बना रखिया हुंदा ते आ जिहड़े रेप हो रहे हैं, जिहड़ियां घटनावां वापरदियां ने, शायद किते ना किते असीं अपने इस गरक चुके समाज नूं बाहर कढण विच अपना किते ना किते योगदान पा सकदे। उस तो अगे चलो फिर वो गाने स्कूलों विच गाए जाते हैं, फिर गाने ऐसे गाए गए, तुसीं वेखो कईयां गाणिआं नूं कॉलेजां दे लड़के लड़कियां के हिसाब न बनाया जाता है भी वह लड़की उत्थे पढ़ती है, लड़का उत्थे पढ़ता है। आशकी के अड्डे बना धरिया है उन्होंने स्कूलों कॉलेजों नूं जिथों विद्या मिलनी सी, जिथों आत्मक उसारी। जदों गंद इहो जिहा परोसिया जाएगा तो उन्होंने स्कूलों चों पढ़न वाले तुहाडे बच्चे वड्डे अफसर किदां बन जाणगे? ये सवाल है मेरा। जिस स्कूल के गाउण वालियां दे दिमाग 'च इहो जिहा, पढ़न वालियां दे दिमाग 'च ऐसा गंद परोसिया जा रहा है, इहो जी विचार परोसी जा रही है, तुसीं की सोचते हो कल नूं उत्थों पढ़न वाला बच्चा कोई IPS, कोई IAS, कोई बहुत बड़ा अफसर बन जाएगा? किदां होएगा? क्योंकि अंदर तो कुछ, क्योंकि जिन्हां ये काम करना हुंदा उन्हां बच्चों ते दिन रात अपनी पढ़ाई ते दिन रात एक करना पैंदा। तुसीं किस बन्ने नौजवान वीरो भैणों अज किस बन्ने साडे समाज नूं तोरिया जा रहा है? सोच के वेखे, सोचण वाली गल है सानूं भी असीं किहड़े बन्ने। जे ये वो आशकी सी जिहदे रागां दी आपां गल करदे ना भी आपां कहने गुरु ग्रंथ दी बाणी च राग वरते आ, राग तां पहिलां भी हैगे सी गुरु साहिब तो, पर वो राग कित्थे वरते जांदे सी? राजियां दे दरबारां विच। उत्थे गवंतरी अपनी राग दी कला पेश करदे सी, उन्हां रागां ते मुजरे हुंदे सी। उत्थे काम उकसाउण वालियां उत्थे गज़लां गाने गंदे उत्थे गाए जांदे सी, मुजरे कीते जांदे सी।
ਉਹਨਾਂ ਰਾਗਾਂ ਨੂੰ ਗੁਰੂ ਸਾਹਿਬ ਨੇ ਜਦੋਂ ਉਹਦੇ ਤੇ ਬਾਣੀ ਗਾਈ, ਰਾਗ ਵੀ ਆਂਦੇ ਹੋਣੇ ਨੇ, ਵਰਤਣਾ ਤੇ ਸਾਨੂੰ ਹੈਗਾ ਹੀ ਸੀ ਕਿਸੇ ਨੇ। ਸ਼ੁਕਰ ਹੈ ਅਸੀਂ ਵੀ ਪਵਿੱਤਰ ਹੋ ਗਏ ਵੀ ਇਸ ਰਾਗ ਦੇ ਉੱਤੇ ਅੱਜ ਕੋਈ ਬਾਣੀ ਗਾ ਰਿਹਾ, ਰੱਬੀ ਕਲਾਮ ਗਾ ਰਿਹਾ। ਸਾਨੂੰ ਰਾਜਿਆਂ ਦੀਆਂ ਮਹਿਫਲਾਂ 'ਚ ਰੁਲਦਿਆਂ ਨੂੰ ਲਿਆ ਕੇ ਗੁਰੂ ਨੇ ਉਹਦੇ ਤੇ ਰੱਬੀ ਵਿਚਾਰ ਉਚਾਰਨ ਕਰਕੇ ਗਾ ਕੇ ਸਾਡਾ ਵੀ ਮੁੱਲ ਪਵਾ ਦਿੱਤਾ, ਸਾਡੀ ਵੀ ਕੀਮਤ ਵਧਾਤੀ। ਇੱਦਾਂ ਇਸ਼ਕ ਦੀ ਗੱਲ ਹੈ, ਇੱਦਾਂ ਹੀ ਆਸ਼ਕੀ ਦੀ ਗੱਲ ਹੈ। ਉਹ ਆਸ਼ਕੀ ਜਿਹੜੀ ਗਲੀਆਂ 'ਚ ਰੁਲਦੀ ਪਈ ਸੀ, ਉਹ ਆਸ਼ਕੀ ਜਿਹੜੀ ਕੰਧਾਂ ਟੱਪਦੀ ਪਈ ਸੀ, ਉਹ ਆਸ਼ਕੀ ਜਿਹੜੀ ਪਿਓ ਨੂੰ ਪਰਿਆਂ ਪੰਚਾਇਤਾਂ ਵਿੱਚ ਬੈਠਣ ਜੋਗਾ ਨਹੀਂ ਸੀ ਛੱਡਦੀ, ਉਸ ਆਸ਼ਕੀ ਨੂੰ ਮਹਾਰਾਜ ਨੇ ਲਿਆ ਕੇ ਕਹਿਤਾ ਜੇ ਇਸ਼ਕੀ ਕਰਨਾ ਹੈ ਉਹਦੇ ਨਾਲ ਕਰ, ਜਿਹਦੇ ਨਾਲ ਇਸ਼ਕ ਕਰਨ ਵਿੱਚ ਤੂੰ ਮਾਣ ਮਹਿਸੂਸ ਕਰੇ, ਤੇਰਾ ਸਵੈ ਮਾਣ ਨਾਲ ਸਿਰ ਉੱਚਾ ਚੁੱਕੇ। ਪਾਤਸ਼ਾਹ ਜੀ ਨੇ ਤਾਂ ਹੀ ਇੱਥੇ ਆਖਿਆ ਸੀ ਨਾ ਕਿ ਸਲਾਹੀ ਉੱਪਰ ਘਾਲੀਏ। ਉਹ ਕੰਮ ਕਰੀ ਜਿਹਦੇ ਵਿੱਚ ਤੇਰਾ ਨਫਾ ਹੋਵੇ, ਤੇਰਾ ਨੁਕਸਾਨ ਨਾ ਹੋਵੇ, ਤੂੰ ਆਪਣੀ ਜ਼ਿੰਦਗੀ ਵਿੱਚ ਚੰਗਾ ਕੰਮ ਕਰ ਸਕੇ, ਉਤਸ਼ਾਹ ਨਾਲ ਜ਼ਿੰਦਗੀ ਜੂ ਸਕੇ। ਤੋ ਪਾਤਸ਼ਾਹ ਤੇ ਸ਼ਬਦ ਵਰਦੇ ਨੇ ਨਾਨਕ ਆਸ਼ਿਕ ਕਾਂਢੀਏ। ਹੇ ਨਾਨਕ, ਆਸ਼ਿਕ ਉਹੋ ਹੀ ਅਖਵਾ ਸਕਦਾ ਹੈ, ਉਹਨੂੰ ਹੀ ਆਖਿਆ ਜਾਂਦਾ ਹੈ। ਮਹਾਰਾਜ ਕਿਹਨੂੰ? ਸਦ ਹੀ ਰਹਿ ਸਮਾਏ, ਜਿਹੜਾ ਸਦਾ ਹੀ ਉਸ ਇੱਕ ਵਿੱਚ, ਉਸ ਮਾਲਕ ਵਿੱਚ ਸਮਾਇਆ ਰਹਿੰਦਾ, ਜਿਹੜਾ ਆਪਣੀ ਸੁਰਤ ਨੂੰ ਸਦਾ ਉਹਦੇ ਨਾਲ ਜੋੜ ਕੇ ਰੱਖਦਾ। ਕਿੰਨੇ ਪਿਆਰੇ ਬਚਨ ਸਤਿਗੁਰ ਨੇ ਬਖਸ਼ਿਸ਼ ਕੀਤੇ ਹਨ। ਅੱਗੇ ਕਹਿੰਦੇ ਚੰਗਾ ਹੈ, ਚੰਗਾ ਕਰ ਮੰਨੇ, ਉਹ ਆਸ਼ਿਕ ਨਹੀਂ ਹੋ ਸਕਦਾ। ਜਿਹੜਾ ਆਪਣੇ ਸਵਾਰਥ ਵਾਸਤੇ ਜਿਹੜਾ ਕੰਮ ਉਹਦੀ ਮਰਜ਼ੀ ਮੁਤਾਬਕ ਹੋ ਜਾਏ ਤੇ ਕਵੇ ਇਹ ਤੇ ਚੰਗਾ ਹੈ, ਜਿਹੜਾ ਕੰਮ ਤੇ ਉਹਦੀ ਮਰਜ਼ੀ ਮੁਤਾਬਕ ਹੋ ਜਾਏ ਕਵੇ ਚੰਗਾ ਹੈ। ਹੁਣ ਜਿਵੇਂ ਮੰਨ ਲਓ ਪੁੱਤਰ ਦਾ ਜਨਮ ਹੋ ਗਿਆ ਤੇ ਆਸ਼ਿਕ ਕਵੇ ਆਹਾ ਰੱਬ ਦੀ ਕਿਰਪਾ, ਟੁੱਟ ਪਿਆ ਮਾਲਕ ਸਾਡੇ ਤੇ, ਰੱਬ ਦੀ ਬੜੀ ਵੱਡੀ ਮਿਹਰ ਹੋ ਗਈ ਸਾਡੇ ਤੇ, ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ, ਪੋਤਰਾ ਦਿੱਤਾ ਮਾਲਕ ਨੇ। ਉਹ ਭਾਈ ਰੱਬ ਦੀ ਵੇਖੋ ਕਿਰਪਾ, ਦੋਤਾ ਦਿੱਤਾ ਹੈ, ਚੰਗਾ ਹੈ ਚੰਗਾ ਕਰ ਮੰਨੇ, ਤੇ ਮੰਦਾ ਹੈ ਮੰਦਾ ਹੋਏ। ਹੁਣ ਪਰਮੇਸ਼ਰ ਵੱਲੋਂ ਮੰਦਾ ਨਹੀਂ ਕੀਤਾ ਗਿਆ, ਇਹਦੀ ਸੋਚ ਮੁਤਾਬਕ, ਜਿਹੜਾ ਇਹਦੀ ਸੋਚ ਨੂੰ ਫਿੱਟ ਨਹੀਂ ਬੈਠਦਾ ਇਹਦੇ ਮੁਤਾਬਕ ਮੰਦਾ ਹੈ। ਹੁਣ ਸੁਣਿਓ ਧਿਆਨ ਨਾਲ, ਨਸ਼ੇੜੀ ਬੰਦਾ ਘਰੋਂ ਨਸ਼ਾ ਨਿਕਲ ਤੁਰੇ, ਨਸ਼ੇੜੀ ਬੰਦਾ ਘਰੋਂ ਨਸ਼ਾ ਲੈਣ ਵਾਸਤੇ ਜਾਵੇ, ਉਹਨੂੰ ਨਸ਼ਾ ਮਿਲ ਜਾਵੇ, ਧਿਆਨ ਨਾਲ ਸੁਣੇ, ਘਰ ਉਹਨੇ ਚੋਰੀ ਕੀਤੀ ਹੋਵੇ, ਘਰੋਂ ਚੋਰੀ ਕਰਕੇ ਗਿਆ, ਨਸ਼ਾ ਲੈਣ ਗਿਆ, ਜੇ ਉਹ ਤੈਨੂੰ ਨਸ਼ਾ ਮਿਲ ਗਿਆ ਕਹਿੰਦਾ ਆਹਾ ਰੱਬ ਨੇ ਮਿਹਰ ਕਰਤੀ ਭਾਈ, ਇੰਨੀ ਦੂਰੋਂ ਸਫ਼ਰ ਤੈਅ ਕਰਕੇ ਆਇਆ, ਜੇ ਨਾ ਨਸ਼ਾ ਮਿਲਦਾ ਮੈਂ ਤੇ ਅੱਜ ਦਾ ਦਿਨ ਕੱਢਣਾ ਨਹੀਂ ਸੀ, ਮੈਂ ਮਰ ਜਾਣਾ ਸੀ। ਹੁਣ ਉਹਦੀ ਸੋਚ ਮੁਤਾਬਕ ਇਹ ਬੜਾ ਚੰਗਾ ਕੰਮ ਹੈ ਵੀ ਇਹਦੇ ਕੋਲੋਂ ਨਸ਼ਾ ਮਿਲ ਗਿਆ, ਮੈਂ ਪੈਸੇ ਦਿੱਤੇ ਆ। ਪਰ ਜਿਹੜੀ ਬੀਬੀ ਵਿਚਾਰੀ ਇਹਦੀ ਪਤਨੀ ਨੇ ਲੋਕਾਂ ਦੇ ਬਰਤਨ ਮਾਂਜ ਕੇ 4 ਪੈਸੇ ਬੱਚਿਆਂ ਨੂੰ ਖਵਾਉਣ ਵਾਸਤੇ, ਉਹਨਾਂ ਦੀ ਸਕੂਲ ਦੀ ਫੀਸ ਤਾਰਨ ਵਾਸਤੇ ਰੱਖੇ ਸੀ, ਉਹਦੇ ਮੁਤਾਬਕ ਹੀ ਚੰਗਾ ਹੈ। ਉਹ ਕਹਿੰਦੀ ਤੇ ਬੜਾ ਮਾੜਾ ਕੰਮ ਹੋਇਆ। ਕਿਉਂ? ਕਿਉਂਕਿ ਮੇਰਾ ਪਤੀ ਜਿਹੜੇ 4 ਪੈਸੇ ਰੱਖੇ ਸੀ ਚੋਰੀ ਕਰਕੇ ਲੈ ਗਿਆ। ਪਿਆਰਿਓ ਯਾਦ ਰੱਖਣਾ, ਇਹ ਜਿਹੜਾ ਚੰਗਾ ਮਾੜਾ ਕੰਮ ਨੇ ਵੀ ਬੰਦੇ ਦੀ ਆਪਣੀ ਸੋਚ ਮੁਤਾਬਕ ਹੈ। ਪੁੱਤਰ ਦਾ ਜਨਮ ਹੋ ਗਿਆ, ਕਹਿੰਦੇ ਚੰਗੇ ਚੰਗਾ ਕਰ ਮੰਨਣਾ। ਧੀ ਦਾ ਜਨਮ ਹੋ ਗਿਆ, ਮੰਦੇ ਮੰਦਾ ਹੋਏ। ਫਿਰ ਇੱਦਾਂ ਕਿਤੇ ਪੱਥਰ ਮਾਰਿਆ ਰੱਬ ਨੇ ਸਾਡੇ ਮੱਥੇ। ਇਹ ਜਿਹੜਾ ਚੰਗਾ ਮਾੜਾ, ਆਸ਼ਿਕ ਉਹਨੂੰ ਨਹੀਂ ਬਾਣੀ ਆਸ਼ਿਕ ਮੰਨਦੀ, ਜਿਹੜਾ ਚੰਗੇ ਕੰਮ ਨੂੰ ਤੇ ਇੱਦਾਂ ਕਵੇ। ਚੰਗਾ ਕੰਮ ਕਿਹਦੇ ਮੁਤਾਬਕ? ਇਹਦੀ ਸੋਚ ਮੁਤਾਬਕ। ਬਾਣੀ ਮੁਤਾਬਕ ਤਾਂ ਸਾਰੇ ਚੰਗੇ ਕੰਮ ਨੇ। ਜਦੋਂ ਅਸੀਂ ਗੁਰੂ ਦੀ ਬਾਣੀ ਪੜ੍ਹਦੇ ਹਾਂ ਉਹ ਤੇ ਸ਼ਬਦ ਵਰਤਿਆ ਤੁਮ ਕਰੋ ਭਲਾ ਹਮ ਭਲੋ ਨਾ ਜਾਣੇ। ਹੇ ਮਹਾਰਾਜ, ਤੁਸੀਂ ਤੇ ਹਮੇਸ਼ਾ ਹੀ ਸਾਡਾ ਭਲਾ ਕੀਤਾ, ਤੁਸੀਂ ਤੇ ਸਾਡਾ ਕਦੀ ਨੁਕਸਾਨ ਕੀਤਾ ਹੀ ਨਹੀਂ, ਕਿਉਂਕਿ ਸਤਿਗੁਰ ਸਭਨਾਂ ਦਾ ਭਲਾ ਮਨਾਇੰਦਾ। ਸਤਿਗੁਰ ਜਿਹੜੇ ਨੇ ਉਹ ਹਮੇਸ਼ਾ ਸਾਰਿਆਂ ਦਾ ਭਲਾ ਕਰਦੇ ਨੇ, ਤਿਸ ਦਾ ਬੁਰਾ ਕਿਉਂ ਹੋਏ। ਗੁਰਦੇਵ ਪਿਤਾ ਮਹਾਰਾਜ ਦੀ ਬਾਣੀ ਕਹਿੰਦੀ ਹੈ ਉਸ ਮਾਲਕ ਨੇ ਕਦੀ ਕਿਸੇ ਦਾ ਬੁਰਾ ਨਹੀਂ ਕੀਤਾ, ਉਹ ਹਮੇਸ਼ਾ ਸਭ ਦਾ ਭਲਾ ਕਰਦੇ ਨੇ। ਇਹ ਚੰਗਾ ਮਾੜਾ ਕੰਮ, ਹੁਣ ਉਹ ਕਾਹਦਾ ਆਸ਼ਿਕ ਹੈ? ਜਿਹੜਾ ਚੰਗੇ ਨੂੰ ਚੰਗਾ ਮੰਨੇ। ਚੰਗਾ ਕਿੱਦਾਂ? ਜੇ ਤੇ ਉਹਦੇ ਸਵਾਰਥ ਮੁਤਾਬਕ, ਉਹਦੀ ਸੋਚ ਮੁਤਾਬਕ ਕੰਮ ਚੰਗਾ ਹੋ ਗਿਆ, ਕਹਿੰਦਾ ਬੱਲੇ 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 ਕਮਾਲ ਹੋ ਗਈ। ਤੇ ਜੇ ਉਹਦੀ ਸਵਾਰਥ ਦੀ ਪੂਰਤੀ ਨਹੀਂ ਹੋ ਰਹੀ, ਫਿਰ ਕਹਿੰਦਾ ਮੰਦਾ ਹੋਏ, ਫਿਰ ਤੇ ਕਹਿੰਦਾ ਬੱਲੇ ਬੱਲੇ ਤੇ ਕੱਖ ਵੀ ਨਹੀਂ। ਗੁਰੂ ਕੋਲ ਹੈ ਕੀ ਐਸਾ? ਗੁਰੂ ਨੇ ਮੈਨੂੰ ਦਿੱਤਾ ਕੀ ਹੈ? ਗੁਰੂ ਕੋਲ ਮੈਨੂੰ ਮਿਲਿਆ ਕੀ ਹੈ? ਇੱਦਾਂ ਦੇ ਤਾਨੇ ਵੀ ਆਪਣੇ ਗੁਰੂ ਦੇ ਉੱਤੇ ਕੱਸੇ ਜਾਂਦੇ ਨੇ। ਬਾਣੀ ਕਹਿੰਦੀ ਉਹ ਆਸ਼ਿਕ ਨਹੀਂ ਹੋ ਸਕਦਾ। ਆਸ਼ਿਕ ਕੌਣ ਹੈ? ਆਸ਼ਿਕ ਤੇ ਉਹ ਹੋ ਹੀ ਨਹੀਂ ਸਕਦਾ ਜਿਹੜਾ ਗਿਣਤੀਆਂ 'ਚ ਪੈ ਗਿਆ। ਅੱਗੇ कहता ਨਾ ਆਸ਼ਿਕ ਇਹ ਨਾ ਆਖੀਆਂ ਜੇ ਲੇਖੇ ਵਰਤੇ। ਉਹ ਕਾਹਦਾ ਆਸ਼ਿਕ ਹੈ? ਜਿਹੜਾ ਆਪਣੀ ਸੋਚ ਮੁਤਾਬਕ ਕੰਮ ਚੰਗਾ ਹੋ ਗਿਆ ਤੇ ਕਹਿੰਦਾ ਬੱਲੇ ਬੱਲੇ ਚੰਗਾ ਹੋ ਗਿਆ। ਜੇ ਆਪਣੀ ਸੋਚ ਦੀ ਕਸਵੱਟੀ ਤੇ ਖਰਾ ਨਹੀਂ ਉਤਰਿਆ, ਕਹਿੰਦਾ ਰੱਬ ਨੇ ਮੰਦਾ ਕਰ ਦਿੱਤਾ। ਕਹਿੰਦੇ ਐਸੇ ਬੰਦੇ ਨੂੰ ਬਾਣੀ ਆਸ਼ਿਕ ਨਹੀਂ ਮੰਨਦੀ। ਆਸ਼ਿਕ ਕੌਣ ਹੈ? ਦੂਜੀ ਪੰਕਤੀ 'ਚ ਪੜ੍ਹੋ, ਨਾਨਕ ਆਸ਼ਿਕ ਕਾਂਢੀਐ ਸਦ ਹੀ ਰਹਿ ਸਮਾਏ। ਹੇ ਨਾਨਕ, ਆਸ਼ਿਕ ਉਹ ਹੈ ਜਿਹੜਾ ਸਦਾ ਹੀ ਸੱਚ ਵਿੱਚ ਸਮਾ ਜਾਂਦਾ ਹੈ। ਜਿਹੜਾ ਜਿਹਦੇ ਨਾਲ ਇਸ਼ਕ ਕਰਦਾ ਨਾ, ਉਹ ਕਹਿੰਦਾ ਮਾਲਕਾ ਤੇਰੇ ਇਸ਼ਕ 'ਚ ਤੁਰਿਆ ਵਾਂ, ਹੁਣ ਤੇ ਸਭ ਕੁਝ ਕੁਰਬਾਨ ਹੈ। ਜਿਵੇਂ ਬਾਣੀ 'ਚ ਬਹੁਤ ਪਿਆਰੇ ਬਚਨ ਆਪਾਂ ਪੜ੍ਹਦੇ ਹਾਂ ਕਿ ਤਿਆਗ ਸੁਆਮੀ ਆਨ ਕੋ ਚਿਤਵਤ। ਉਹ ਕਾਹਦੇ ਆਸ਼ਿਕ ਆ? ਜਿਹੜੇ ਇੱਕ ਮਾਲਕ ਨੂੰ ਛੱਡ ਕੇ ਤੇ ਆਸੇ ਜਾ ਕੇ ਪਾਸੇ ਝੱਖਾਂ ਮਾਰਦੇ ਫਿਰਦੇ। ਤਿਆਗ ਸੁਆਮੀ ਆਨ ਕੋ ਚਿਤਵਤ ਮੂੜ ਮੁਗਧ ਖਲ ਖਰਤੇ। ਉਹਨਾਂ ਨੂੰ ਮੂਰਖ ਮੂੜ
ਖਲ ਇਹ ਸ਼ਬਦ ਵਰਤੇ ਉਹਨਾਂ ਵਾਸਤੇ। ਖਰ ਤੇ ਖਰ ਕਹਿੰਦੇ ਖੋਤੇ ਨੂੰ। ਬਾਣੀ ਆਂਦੀ ਉਹ ਸਿਰੇ ਦੇ ਗਧੇ ਨੇ ਜਿਹੜੇ ਆਪਣੇ ਮਾਲਕ ਨੂੰ ਛੱਡ ਕੇ ਥਾਂ ਥਾਂ ਤੇ ਝੱਖਾਂ ਮਾਰਦੇ ਪਏ ਨੇ, ਥਾਂ ਥਾਂ ਤੇ ਮੱਥੇ ਟੇਕਦੇ ਪਏ ਨੇ। ਬੜਾ ਪਿਆਰਾ ਸਲੋਕ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ। ਜਦੋਂ ਤੁਸੀਂ ਇਹਨੂੰ ਪੌੜੀ ਨਾਲ ਜੋੜ ਕੇ ਵੇਖੋਗੇ ਤਾਂ ਸਤਿਗੁਰੂ ਜੀ ਨੇ ਕਿੰਨੀ ਪਿਆਰੀ ਗੱਲ ਕਹੀ ਹੈ, ਜਿਸ ਮਾਲਕ ਨੂੰ ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਉਸ ਮਾਲਕ ਨੂੰ ਸਦਾ ਸੰਭਾਲ, ਜਿਹਨੂੰ ਯਾਦ ਕੀਤਿਆਂ ਸਦਾ ਹੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਜਿਹਦੇ ਨਾਲ ਤੇਰਾ ਜੁੜਿਆ ਤੇਰਾ ਆਤਮਿਕ ਸਰਮਾਇਆ ਬਚਿਆ ਰਹਿੰਦਾ ਹੈ। ਤਾਂ ਪਾਤਸ਼ਾਹ ਜੀ ਨੇ ਇੱਥੇ ਜਿਹੜੀ ਆਸ਼ਕ ਦੀ ਡੈਫੀਨੇਸ਼ਨ ਦਿੱਤੀ ਹੈ, ਕਾਸ਼ ਕਿਤੇ ਅਸੀਂ ਆਪਣੇ ਪਰਿਵਾਰਾਂ 'ਚ ਆਪਣੇ ਬੱਚਿਆਂ 'ਚ ਬੈਠ ਕੇ ਇਸ ਆਸ਼ਕੀ ਦੀ ਗੱਲ ਕਰ ਸਕੀਏ। ਮੈਂ ਕਈ ਵਾਰੀ ਅੱਗੇ ਵੀ ਬੇਨਤੀ ਕੀਤੀ ਹੈ, ਬਾਬੇ ਦੀ ਭਾਵੇਂ ਉਮਰ 90 ਸਾਲ ਹੀ ਕਿਉਂ ਨਾ ਹੋਵੇ, ਧਿਆਨ ਨਾਲ ਸੁਣਿਓ ਇਸ ਗੱਲ ਨੂੰ। ਦੇਹਧਾਰੀ ਅਤੇ ਗੁਰੂ ਸ਼ਬਦ ਵਿੱਚ ਕੀ ਫਰਕ ਹੈ। ਬਾਬੇ ਦੀ ਉਮਰ ਭਾਵੇਂ 90 ਸਾਲ ਹੀ ਕਿਉਂ ਨਾ ਹੋਵੇ, ਮੰਨ ਲਓ ਇੱਕ ਬਾਬਾ ਕਿਤੇ ਰੂਮ 'ਚ ਹੈ, 25-30 ਸਾਲ ਦੀ ਜਵਾਨ ਧੀ ਉਹਦੇ ਰੂਮ 'ਚੋਂ ਘੰਟਾ ਡੇਢ 2 ਘੰਟੇ ਲਾ ਕੇ ਬਾਹਰ ਨਿਕਲੇ ਅਤੇ ਹਰ ਬੰਦਾ ਉਹ 'ਤੇ ਉਂਗਲ ਉਠਾਉਂਦਾ ਹੈ, ਇਹ ਬਾਬੇ ਦੇ ਕੋਲੋਂ ਆਈ ਹੈ। ਬਾਬਾ ਵਿਆਹਿਆ ਨਹੀਂ ਸੀ ਨਾ। ਭਾਵੇਂ ਮੈਂ ਨਹੀਂ ਕਹਿੰਦਾ ਬਾਬਾ ਮਾੜਾ ਹੈ, ਮੈਂ ਇਹ ਸ਼ਬਦ ਨਹੀਂ ਬੋਲਦਾ, ਹੋ ਸਕਦਾ ਬਾਬਾ ਚੰਗਾ ਹੀ ਹੋਵੇ, ਪਰ ਉਸ ਲੜਕੀ ਉੱਤੇ ਉਂਗਲਾਂ ਚੱਕੀਆਂ ਨੇ ਨਾ। ਹੋ ਸਕਦਾ ਪਰਿਵਾਰ ਵੀ ਡਾਂਟੇ, ਮਾਂ ਬਾਪ ਵੀ ਡਾਂਟਣ, ਭਰਾ ਵੀ ਕਵੇ ਤੂੰ ਸਾਨੂੰ ਕਿਸੇ ਦਾ ਮੂੰਹ ਵਿਖਾਉਣ ਜੋਗਾ ਨਹੀਂ ਛੱਡਿਆ, ਤੂੰ ਉਹ ਸਾਧ ਕੋਲ ਕੀ ਲੈਣ ਗਈ ਸੀ। ਸ਼ਬਦ ਬੋਲ ਸਕਦਾ ਹੈ ਨਾ, ਬੋਲ ਸਕਦਾ। ਹੁਣ ਧਿਆਨ ਨਾਲ ਸੁਣੋ, ਸ਼ਬਦ ਗੁਰੂ 'ਚ ਕੀ ਫਰਕ ਹੈ, ਦੇਹ ਦੇ ਵਿੱਚ ਅਤੇ ਸ਼ਬਦ ਗੁਰੂ 'ਚ ਕੀ ਫਰਕ ਹੈ। ਜੇ ਉਹ ਸਾਡੀ ਧੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਜਾਂ ਬਾਣੀ ਦੀ ਪੋਥੀ ਲੈ ਕੇ ਜਾਂ ਲੈਪਟਾਪ ਤੋਂ ਆਈਪੈਡ ਤੋਂ ਕਿਤੇੋਂ ਵੀ, ਮੈਂ ਕਹਿੰਦਾ 2 ਘੰਟੇ ਵੀ ਉਹ ਬਾਣੀ ਪੜ੍ਹਦੀ ਰਹੇ, ਬਾਣੀ ਦੀ ਸਟੱਡੀ ਕਰਦੀ ਰਹੇ, ਇੱਕ ਰੂਮ 'ਚ ਬੈਠੀ ਹੈ। ਹੁਣ ਉਹਨੇ ਉਹ ਸਰੀਰ ਦੇ ਕੋਲ ਬੈਠੀ ਸੀ, ਇੱਥੇ ਸ਼ਬਦ ਗੁਰੂ ਦੇ ਕੋਲ ਬੈਠੀ ਹੈ, ਗੁਰੂ ਦਾ ਸੰਗ ਕੀਤਾ ਹੈ। 2 ਘੰਟਿਆਂ ਬਾਅਦ ਭਰਾ ਨੇ ਪੁੱਛਿਆ ਕਿੱਥੋਂ ਆਈ ਹੈ ਭੈਣੇ, ਉਹ ਕਹਿੰਦੀ ਗੁਰੂ ਦੀ ਬਾਣੀ ਪੜ੍ਹਦੀ ਆਈ ਹਾਂ। ਰੂਮ 'ਚ ਬੈਠੀ ਸੀ ਨਾ, ਇੱਥੇ ਵੀ ਭਰਾ ਨੂੰ ਸਿਰ ਨੀਵਾਂ ਕਰਨਾ ਪਵੇ, ਕੋਈ ਤਾਂ ਮਾਣ ਮਹਿਸੂਸ ਕਰੇਗਾ। ਸਾਡੀ ਧੀ ਸਾਡੀ ਭੈਣ ਗੁਰੂ ਦੇ ਲੜ ਲੱਗੀ ਪਈ ਹੈ। ਦੇਹ ਦੇ ਤੌਰ 'ਤੇ ਭਾਵੇਂ ਬਾਬਾ 80-90 ਸਾਲ ਦਾ ਹੀ ਕਿਉਂ ਨਾ ਹੋਵੇ, ਪਰ ਉਹਦੇ 'ਤੇ ਵੀ ਫਿਰ ਕਿਤੇ ਨਾ ਕਿਤੇ ਕਲੰਕ ਲੱਗ ਜਾਏਗਾ। ਹੋ ਸਕਦਾ ਬਾਬਾ ਮਾੜੀ ਸੋਚ ਦਾ ਮਾਲਕ ਨਾ ਹੋਵੇ, ਹੋ ਸਕਦਾ ਧੀ ਵੀ ਮਾੜੀ ਸੋਚ ਦੀ ਨਾ ਮਾਲਕ ਹੋਵੇ, ਪਰ ਫਿਰ ਵੀ ਕਿਤੇ ਨਾ ਕਿਤੇ ਉਹਨੂੰ ਲੋਕਾਂ ਦੇ ਸਵਾਲਾਂ ਦੇ ਸਾਹਮਣੇ ਜਵਾਬ ਦੇਣਾ ਮੁਸ਼ਕਿਲ ਹੋ ਜਾਏਗਾ। ਤਾਂ ਸ਼ਬਦ ਗੁਰੂ ਦੇ ਲੜ ਲਾਇਆ ਪਾਤਸ਼ਾਹ ਨੇ, ਇਹਨੂੰ ਪੜ੍ਹ ਸਮਝ ਵਿਚਾਰ, ਤੈਨੂੰ ਕਿਸੇ ਦੇ ਮੁਹਤਾਜ ਹੋਣ ਦੀ ਜ਼ਰੂਰਤ ਨਹੀਂ ਹੈ। ਪਰ ਸਾਨੂੰ ਇਹ ਕੰਮ ਔਖਾ ਲੱਗਾ, ਅਸੀਂ ਆਪ ਇਸ ਬੰਨੇ ਤੁਰਨ ਤੋਂ ਕਿਤੇ ਨਾ ਕਿਤੇ ਕੰਨੀ ਕਤਰਾਈ। ਆਓ ਸਤਿਗੁਰ ਦੀ ਬਾਣੀ ਖੁਦ ਪੜ੍ਹੀਏ, ਖੁਦ ਸਮਝੀਏ। ਤੋ ਜਿਹੜਾ ਹਕੀਕੀ ਇਸ਼ਕ ਹੈ, ਇਹ ਹਕੀਕੀ ਇਸ਼ਕ ਹੈ, ਮਜਾਜੀ ਇਸ਼ਕ ਨਹੀਂ। ਮਜਾਜੀ ਇਸ਼ਕ ਹੀਰ ਰਾਂਝਾ ਸੱਸੀ ਪੁੰਨੂ, ਆ ਮਜਾਜੀ ਇਸ਼ਕ ਨੇ ਘਰ ਨਹੀਂ ਪੱਟੇ ਪਏ। ਮਜਾਜੀ ਇਸ਼ਕ ਜਾਂ ਕਿੰਨੇ ਗਾਣੇ ਵੇਖੋ ਤੁਸੀਂ, ਕਿੱਦਾਂ ਕਲਾਕਾਰ ਗਾਣੇ ਸੁੱਟ ਰਹੇ ਨੇ ਇੱਥੇ। ਮਜਾਜੀ ਇਸ਼ਕ ਦੇ ਕਿੱਦਾਂ ਨਵੇਂ ਤੋਂ ਨਵਾਂ ਗਾਣਾ, ਹਫ਼ਤੇ 'ਚ 2-2, ਮਹੀਨੇ 'ਚ 3-3 4-4 ਗਾਣੇ ਆ ਰਹੇ ਆ ਨਾ ਮਜਾਜੀ ਇਸ਼ਕ ਦੇ। ਉਹਨਾਂ ਅਗਲੇ ਨੂੰ ਪਤਾ ਹੈ, ਅਗਲੇ ਨੂੰ ਪਤਾ ਹੈ। ਕਈਆਂ ਨੇ ਅੱਜ ਕੱਲ੍ਹ ਤਾਂ ਮੋਬਾਈਲ ਹਰ ਇੱਕ ਦੇ ਕੋਲ ਹੈ, ਕਈਆਂ ਦਾ ਹੁਣ ਜਿਹੜਾ ਡਾਟਾ, ਕਈਆਂ ਨੂੰ 2-2 ਵਾਰ ਵੀ ਇੰਟਰਨੈਟ ਲੈਣਾ ਪੈਂਦਾ, ਮੁੱਕ ਜਾਂਦਾ। ਕਾਹਦੇ ਲਈ? ਮਜਾਜੀ ਇਸ਼ਕ ਦੇ ਗਾਣੇ ਸੁਣ ਸੁਣ ਕੇ ਕੰਨ ਪੱਕ ਚੁੱਕੇ ਨੇ, ਗੰਦੇ ਗਾਣੇ ਅੰਦਰ ਜਾ ਰਹੇ ਨੇ। ਸੋਚ ਕੇ ਵੇਖੋ ਤੁਸੀਂ। ਅਤੇ ਹੁਣ ਤਾਂ ਕਈਆਂ ਨੂੰ ਗੁਰਬਾਣੀ 'ਚੋਂ ਸਵਾਦ ਨਹੀਂ ਆ ਰਿਹਾ ਗਾਣਿਆਂ ਦੇ ਉੱਤੇ। ਐ ਨਹੀਂ ਜਿਵੇਂ ਉਹ ਬਾਬੇ ਵੀ ਅੱਜ ਕੱਲ੍ਹ ਤੁਰਦੇ ਗਾਣਿਆਂ ਉੱਤੇ, ਅਤੇ ਕਈਆਂ ਨੂੰ ਸ਼ੱਕ ਪੈਣ ਲੱਗ ਪਿਆ, ਕਈ ਬੀਬੀਆਂ ਵੀ ਤੁਰਦੀਆਂ ਨੇ, ਸਿਰ 'ਤੇ ਕੇਸਕੀਆਂ ਵੱਧੀਆਂ ਨੇ ਉਹਨਾਂ ਨੂੰ। ਉਹ ਅਸਲ ਦੇ ਵਿੱਚ ਗੱਲ ਸੀ ਨਾ ਵੀ ਅੰਦਰ ਦਾ ਉਹ ਜਿਹੜਾ ਆਸ਼ਿਕ ਹੁਣ ਜਾਗਿਆ, ਅਸਲ ਦੇ ਵਿੱਚ ਜਿਹੜਾ ਅੰਦਰ ਆਸ਼ਿਕ ਸੀ ਨਾ, ਉਹ ਹੁਣ ਆਸ਼ਿਕ ਜਾਗਿਆ। ਉਹਨਾਂ ਨੂੰ ਔਖਾ ਲੱਗਦਾ ਵੀ ਇਹ ਕੰਮ ਔਖਾ, ਉਹ ਫਿਰ ਹੁਣ ਉੱਧਰ ਜਾ ਨਹੀਂ ਸਕਦੇ, ਇੱਧਰ ਫਿਰ ਉਹ ਆਪਣੀਆਂ ਰੀਝਾਂ ਪੂਰੀਆਂ ਕਰਦੇ। ਉਹ ਕਹਿੰਦੇ ਅਸੀਂ ਦੂਜਿਆਂ ਨੂੰ ਚੜਾ ਰਹੇ ਹਾਂ, ਦੂਜਿਆਂ ਨੂੰ ਚੁੱਪ, ਕਿਸੇ ਨੂੰ ਕੀ ਫਰਕ ਪੈਣਾ ਭਾਈ। ਵਧੀਆ ਤਰੀਕੇ ਨਾਲ ਤੁਸੀਂ ਹੋਰ ਸਗੋਂ ਖੁੱਲ੍ਹ ਕੇ ਕਰੋ, ਸਗੋਂ ਹੋ ਸਕਦਾ ਨਾਲ ਕਿਸੇ ਕਲਾਕਾਰ ਦੇ ਨਾਲ ਰਲ ਕੇ ਸਗੋਂ ਇੱਕ ਦਾ ਪ੍ਰੋਗਰਾਮ ਵੀ ਬੁੱਕ ਕਰ ਲਓ। ਮੈਂ ਤਾਂ ਸਿੱਧੀ ਜੀ ਸਲਾਹ ਵੀ ਦਿੰਦਾ ਹੁੰਦਾ ਵੀ ਸਗੋਂ ਉਹਨਾਂ ਨੂੰ ਲੋੜ ਪੈਂਦੀ ਹੈ ਸਗੋਂ ਇਹੋ ਜਿਹੇ ਨੱਚਣ ਟੱਪਣ ਵਾਲਿਆਂ ਦੀ। ਤੁਸੀਂ ਖੁੱਲ੍ਹ ਕੇ ਸਗੋਂ ਨਾਲ ਜਾਓ, ਤਾਂ ਕਿ ਇੱਕ ਅੱਧਾ ਤੁਸੀਂ ਇੱਦਾਂ ਦੀ ਟੀਮ ਬਣਾ ਲਓ, ਤਾਂ ਕਿ ਲੋਕਾਂ ਨੂੰ ਸੱਦਣਾ ਵੀ ਵਿਆਹਾਂ ਸ਼ਾਦੀਆਂ 'ਤੇ ਸੌਖਾ ਹੋ ਜਾਏ ਭਾਈ। ਵੀ ਜਿਹਨਾਂ ਨੂੰ ਲੱਗਦਾ ਵੀ ਇਹ ਕੰਮ ਸਾਡੇ ਲਈ ਇਹਦਾ ਥੋੜ੍ਹਾ ਜਿਹਾ ਔਖਾ, ਇਹ ਸਵਾਦ ਹੈ, ਕੋਈ ਬੋਝ ਨਹੀਂ ਹੈ। ਜਿਹਨੂੰ ਇਸ ਰਸਤੇ 'ਤੇ ਤੁਰਨ ਦਾ ਆਨੰਦ ਆ ਗਿਆ, ਉਹ ਤਾਂ ਮਾਣ ਮਹਿਸੂਸ ਕਰਦਾ, ਨਹੀਂ ਭਾਈ ਬੜਾ ਵਧੀਆ ਹੈ, ਮੈਂ ਮਾਣ। ਅਤੇ ਮੈਂ ਦੁਬਾਰਾ ਇੱਕ ਫਿਰ ਬੇਨਤੀ ਕਰਦਾ ਹੁੰਦਾ ਵੀ ਇਹ ਤੋਂ ਸਾਨੂੰ ਬਾਣੀ ਰੋਕਦੀ ਵੀ ਨਹੀਂ ਸੀ। ਇੱਕ ਦਾਇਰਾ ਸੀ ਪੁਰਾਣੇ ਸਮੇਂ 'ਚ, ਇਹ ਗਿੱਧਾ ਪਾਉਣਾ, ਭੰਗੜਾ ਪਾਉਣਾ, ਘਰਾਂ 'ਚ ਆਮ ਧੀਆਂ ਭੈਣਾਂ ਸਾਡੀਆਂ ਪਾਉਂਦੀਆਂ ਹੁੰਦੀਆਂ ਸੀ। ਪਰ ਜਦੋਂ ਅਸੀਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਉਹਦੇ ਨਤੀਜੇ ਵੀ ਗਲਤ ਨਿਕਲੇ, ਉਹਦੇ ਕਰਕੇ ਫਿਰ ਕਿਤੇ ਨਾ ਕਿਤੇ ਕਹਿਣਾ ਪੈਂਦਾ ਵੀ ਭਾਈ ਕੀ ਇਸ ਗੰਦ 'ਚੋਂ ਖੱਟਿਆ ਜੇ। ਬਾਣੀ ਸਾਡਾ ਆਤਮਿਕ ਸਰਮਾਇਆ ਉੱਚਾ ਚੁੱਕਦੀ। ਜਵਾਨੀ ਤਾਂ ਬਾਬਾ ਅਜੀਤ ਸਿੰਘ 'ਤੇ ਵੀ ਆਈ ਸੀ, ਜਵਾਨੀ ਤਾਂ ਸਰਦਾਰ ਹਰੀ ਸਿੰਘ ਨਲੂਏ 'ਤੇ ਵੀ ਆਈ ਸੀ, ਪਰ ਉਹ ਜਵਾਨੀ 'ਚ ਇੱਕ ਫਰਕ ਸੀ ਨਾ। ਪਾਣੀ ਕੰਟਰੋਲ 'ਚ ਹੋਵੇ ਤਾਂ ਬਿਜਲੀ ਪੈਦਾ ਕਰਦਾ ਹੈ, ਪਰ ਪਾਣੀ ਕੰਟਰੋਲ 'ਚੋਂ ਬਾਹਰ ਹੋ ਜਾਏ ਅਤੇ ਕਈ ਵਾਰੀ ਘਰ ਤਬਾਹ ਵੀ ਕਰ ਜਾਂਦਾ। ਪਾਣੀ ਕੰਟਰੋਲ 'ਚ ਹੈ ਅਤੇ ਫਸਲਾਂ ਆਬਾਦ ਕਰ ਦਿੰਦਾ ਹੈ,
ਪਰ ਜੇ ਪਾਣੀ ਕੰਟਰੋਲ ਚੋਂ ਬਾਹਰ ਹੋ ਜਾਏ ਤਾਂ ਫਸਲਾਂ ਨੂੰ ਬਰਬਾਦ ਵੀ ਕਰ ਦਿੰਦਾ ਹੈ। ਆਓ ਇਸੇ ਤਰ੍ਹਾਂ ਆਪਣੇ ਘਰਾਂ ਦੇ ਵਿੱਚ ਗੁਰਮਤਿ ਦੀ ਵਿਚਾਰ ਲੈ ਕੇ ਆਈਏ। ਆਪਣੇ ਪੁੱਤਰਾਂ ਧੀਆਂ ਨੂੰ ਇਹ ਬਚਨ ਜ਼ਰੂਰ ਦੱਸੋ, ਸਮਝਾਓ। ਤੁਹਾਡੇ ਬੱਚੇ ਕਿਸੇ ਵੀ ਅਹੁਦੇ ਤੇ ਜਾਣ, ਸਾਰੀਆਂ ਧੀਆਂ ਸਕੂਲਾਂ ਕਾਲਜਾਂ 'ਚ ਪੜ੍ਹਨ ਵਾਲੀਆਂ ਮਾੜੀਆਂ ਵੀ ਨਹੀਂ ਹੁੰਦੀਆਂ, ਸਾਰੇ ਪੁੱਤਰ ਮਾੜੇ ਵੀ ਨਹੀਂ ਹੁੰਦੇ। ਮੈਂ ਬੜੇ ਨੌਜਵਾਨ ਵੇਖੇ ਨੇ ਜਿਹੜੇ ਸਿੱਧੇ ਆਪਣੇ ਕਾਲਜ ਜਾਂਦੇ ਆ, ਪੜ੍ਹ ਕੇ ਆਪਣੇ ਘਰ ਆਉਂਦੇ ਆ, ਉਹਨਾਂ ਦਾ ਫੋਕਸ ਆਪਣਾ ਕਿਸੇ ਟੀਚੇ ਕਿਸੇ ਮੁਕਾਮ ਤੇ ਪਹੁੰਚਣਾ। ਬੜੀਆਂ ਧੀਆਂ ਨੇ ਜਿਹੜੀਆਂ ਪੜ੍ਹਦੀਆਂ ਨੇ, ਉਹਨਾਂ ਦਾ ਮਤਲਬ ਹੈ ਹਰ ਲੜਕੀ ਕਿਸੇ ਲੜਕੇ ਨਾਲ ਗੱਲ ਕਰਨ ਦਾ ਮਤਲਬ ਇਹ ਵੀ ਨਹੀਂ ਹੈ ਵੀ ਉਹਨਾਂ 'ਚ ਕੋਈ ਅਸ਼ਲੀਲਤਾ ਹੈ। ਮਾਫ਼ ਕਰਨਾ, ਇਹ ਵੀ ਗੱਲ ਮੈਂ ਕਲੀਅਰ ਕਰ ਦਿਆਂ ਵੀ ਕਿਤੇ ਕੋਈ ਲੜਕੀ ਕਿਸੇ ਲੜਕੇ ਨਾਲ ਗੱਲ ਕਰ ਰਹੀ ਤੇ ਉਹਦਾ ਅਰਥ ਇਹ ਵੀ ਨਹੀਂ ਹੈ ਵੀ ਹਰ ਥਾਂ ਤੇ ਕੋਈ ਉਹ ਗਲਤ ਤਰੀਕੇ ਨਾਲ ਹੀ ਗੱਲ ਹੋ ਰਹੀ ਹੈ। ਬਸ ਸਾਨੂੰ ਸਮਝਣ ਦੀ ਜ਼ਰੂਰਤ ਹੈ। ਪਰ ਅੱਜ ਬਹੁਤਾਤ ਗਿਣਤੀ ਕਿਤੇ ਨਾ ਕਿਤੇ ਗੰਦ ਪਰੋਸਣ ਵਿੱਚ, ਤਾਂ ਹੀ ਤੁਸੀਂ ਵੇਖਿਆ ਹੋਏਗਾ ਕਈ ਵਾਰੀ ਕਲਾਕਾਰਾਂ ਨੂੰ, ਗਾਣੇ ਲਿਖਣ ਵਾਲਿਆਂ ਨੂੰ ਵੀ ਇਹ ਬਿਆਨ ਦੇਣੇ ਪੈਂਦੇ ਆ ਵੀ ਅਸੀਂ ਜਿਹੜੇ ਕਹਿੰਦੇ ਅਸੀਂ ਮਾਂ ਬੋਲੀ ਦੀ ਸੇਵਾ ਕੀਤੀ ਹੈ, ਅਸੀਂ ਮਾਂ ਬੋਲੀ ਦਾ ਬਹੁਤ ਵੱਡਾ ਕਈ ਵਾਰੀ ਨੁਕਸਾਨ ਵੀ ਕੀਤਾ। ਇੱਦਾਂ ਦੇ ਉਹ ਬਿਆਨ ਵੀ ਵਿੱਚੋਂ ਬੈਠੇ ਦਿੰਦੇ ਆ, ਪਾਸੇ ਵਾਲਿਆਂ ਨੂੰ ਦੇਣ ਦੀ ਲੋੜ ਨਹੀਂ ਪੈਂਦੀ। ਉਹ ਹੀ ਕਹਿੰਦੇ ਆ ਵੀ ਬੜਾ ਗੰਦ ਪਰੋਸਿਆ ਜੀ ਸਾਡੇ ਗਾਇਕਾਂ ਨੇ, ਗੰਦੇ ਤੋਂ ਗੰਦੇ ਗਾਣੇ ਸਾਡੇ ਸਮਾਜ ਵਿੱਚ ਪਰੋਸ ਕੇ ਦਿੱਤੇ ਹੋਏ ਨੇ। ਆਓ ਜਾਗੀਏ। ਮੈਂ ਤਾਂ ਇੱਕੋ ਬੇਨਤੀ ਕਰਦਾ ਹੁੰਦਾ, ਜਦੋਂ ਕਸਟਮਰ ਜਾਗ ਜਾਏਗਾ, ਜਦੋਂ ਗਾਹਕ ਸੁਚੇਤ ਹੋ ਜਾਏਗਾ ਨਾ, ਦੁਕਾਨਦਾਰ ਨੂੰ ਸੌਦਾ ਵੀ ਚੇਂਜ ਕਰਨਾ ਪੈਣਾ। ਅਜੇ ਤੇ ਗਾਹਕ ਹੀ ਸੁੱਤਾ ਪਿਆ ਵਾ। ਇੱਥੇ ਤਾਂ ਗੰਧਨ ਵੈਣ ਸੁਣੇ ਉਰਝਾਵੇਂ, ਨਾਮ ਲੈਤ ਅਲਕਾਇਆ। ਗੰਦੇ ਗੀਤ ਸੁਣ ਕੇ ਤੇ ਮਸਤ ਹੁੰਦਾ, ਖੁਸ਼ ਹੁੰਦਾ। ਇੱਦਾਂ ਪੱਬ ਹਿਲਦੇ ਨੇ, ਇੱਦਾਂ ਪੈਰ ਤਾਂ ਚੁੱਕ ਕੇ, ਇੱਦਾਂ ਲੱਤਾਂ ਤਾਂ ਚੁੱਕ ਕੇ ਹੱਥਾਂ ਦੇ ਨਾਲ ਭੰਗੜੇ ਪਾਉਣ ਦੀ ਕੋਸ਼ਿਸ਼ ਕਰਦਾ, ਅੱਡੀਆਂ ਉੱਠਦੀਆਂ ਨੇ। ਤੇ ਪਰ ਜਦੋਂ ਸੱਚ ਦੀ ਗੱਲ ਆਉਂਦੀ ਹੈ ਉਦੋਂ ਆਲਸ ਹੋ ਜਾਂਦਾ। ਹੁਣ ਤਾਂ ਇੱਥੋਂ ਕੀ ਜਾਣਾ, ਆ ਕਬੱਡੀਆਂ ਦੇ ਮੈਚ ਆਉਂਦੇ ਨੇ ਵੱਡੇ ਵੱਡੇ, ਜਦੋਂ ਸਰਕਾਰਾਂ ਵੀ ਜਦੋਂ ਮੈਚ ਕਰਾਉਂਦੀਆਂ ਨੇ, ਉਹਨਾਂ ਨੂੰ ਵੀ ਫਿਲਮਾਂ ਦੇ ਹੀਰੋ ਤੇ ਹੀਰੋਇਨਾਂ ਨੂੰ ਉਹ ਕਰੋੜਾਂ ਰੁਪਈਆ ਦੇ ਕੇ ਸੱਦਣਾ ਪੈਂਦਾ ਵੀ ਇਹਨਾਂ ਨੇ ਮੈਚ ਕਰਕੇ ਹੋ ਸਕਦਾ ਨਾ ਆਉਣ, ਪਰ ਕਿਸੇ ਗਾਇਕ ਨੂੰ, ਕਿਸੇ ਹੀਰੋਇਨ ਨੂੰ ਵੇਖਣ ਵਾਸਤੇ ਆਉਣਗੇ। ਅੱਜ ਜਦੋਂ ਆ ਰੈਲੀਆਂ ਹੁੰਦੀਆਂ ਲੀਡਰਾਂ ਦੀਆਂ, ਉਦੋਂ ਵੀ ਢਾਡੀ ਕਵਿਸ਼ਰ ਘੱਟ ਤੇ ਉਦੋਂ ਗਾਇਕ ਬੁਲਾਉਂਦੇ। ਉਹਨਾਂ ਨੂੰ ਪਤਾ ਵੀ ਇੱਥੇ ਗਾਹਕ ਜ਼ਿਆਦਾ ਇੱਥੇ ਆਉਣੇ ਨੇ, ਤੇ ਉਹ ਇਹਨਾਂ ਨੇ ਆਪੋ ਆਪਣੇ ਕੰਮ ਛੱਡ ਕੇ ਉੱਥੇ ਪਹੁੰਚ ਜਾਣਾ। ਸੋਚ ਬਦਲੀਏ, ਆਪਣੀ ਵਿਚਾਰ ਬਦਲੀਏ। ਜਿਹੜੇ ਗੰਦ ਨੂੰ, ਜਿਹੜੀ ਆਸ਼ਕੀ ਗਲੀਆਂ 'ਚ ਰੁਲਦੀ ਸੀ, ਉਹਨੂੰ ਚੁੱਕ ਕੇ ਮਹਾਰਾਜ ਲੈ ਕੇ ਆਏ ਤੇ ਸਾਨੂੰ ਹਕੀਕੀ ਇਸ਼ਕ ਕਰਨ ਦੀ ਇਜਾਜ਼ਤ ਦੱਸੀ। ਆਸ਼ਕ ਇਹ ਨਾ ਆਖੀਏ ਜੇ ਲੇਖੇ ਵਰਤੇ ਸੋਚ ਦੀ ਗੱਲ ਸਮਝਾਤੀ। ਉਹ ਕਾਹਦਾ ਆਸ਼ਕ ਜਿਹੜਾ ਗਿਣਤੀਆਂ ਮਿਣਤੀਆਂ 'ਚ ਪੈ ਗਿਆ। ਆਓ ਅਸੀਂ ਗੁਰੂ ਦੀ ਵਿਚਾਰ ਦੇ ਰਸਤੇ ਤੇ ਤੁਰ ਕੇ, ਐਸਾ ਨਾ ਹੋਵੇ ਚੰਗਾ ਚੰਗਾ ਕਰ ਮੰਨੈ, ਮੰਦੇ ਮੰਦਾ ਹੋਏ। ਜੇ ਸਾਡੀ ਸੋਚ ਮੁਤਾਬਕ ਚੰਗਾ ਕੰਮ ਹੋ ਗਿਆ ਤੇ ਬੜਾ ਚੰਗਾ ਹੋ ਗਿਆ, ਜੇ ਸਾਡੀ ਸੋਚ ਮੁਤਾਬਕ ਨਹੀਂ ਹੋਇਆ ਤੇ ਬਹੁਤ ਹੀ ਮਾੜਾ ਹੋ ਗਿਆ, ਬੜਾ ਨੁਕਸਾਨ ਹੋ ਗਿਆ। ਇੱਦਾਂ ਦੇ ਸ਼ਬਦ ਨਹੀਂ ਬੋਲਣੇ। ਏਕ ਨਹੀਂ ਆਸ਼ਕੀ ਦੂਜੇ ਲੱਗੇ ਜਾਏ। ਉਹ ਕਾਹਦੀ ਆਸ਼ਕੀ ਆ, ਕਿਹੜੀ ਆਸ਼ਕੀ ਆ ਜਿਹੜੀ ਇੱਕ ਨੂੰ ਛੱਡ ਕੇ, ਆਪਣੇ ਗੁਰੂ ਨੂੰ ਛੱਡ ਕੇ ਥਾਂ ਥਾਂ ਤੇ ਤੁਰੇ ਫਿਰਦੇ ਆ। ਨਾਨਕ ਆਸ਼ਿਕ ਕੰਢ ਗਏ, ਹੇ ਨਾਨਕ ਉਹੋ ਹੀ ਆਸ਼ਿਕ ਖਵਾ ਸਕਦਾ ਹੈ, ਸਦ ਹੀ ਰਹਿ ਸਮਾਏ। ਜਿਹੜਾ ਸਦਾ ਹੀ ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿੰਘ ਜੋ ਪਾਣੀ ਸੰਗ ਪਾਣੀ। ਪਾਤਸ਼ਾਹ ਜੀ ਨੇ ਇੱਥੇ ਬੜਾ ਪਿਆਰਾ ਬਚਨ ਕਿਹਾ। ਤੇ ਜਿਹੜੀ ਆਪਾਂ ਪੌੜੀ ਨਾਲੇ ਦੇ ਵਿਚਾਰ ਕੀਤੀ ਸੀ, ਜਿਤ ਸੇਵਿਆਂ ਸੁਖ ਪਾਈਏ, ਸੋ ਸਾਹਿਬ ਸਦਾ ਸੰਭਾਲੀਏ। ਜਿਤ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਏ। ਉਹ ਕਾਹਦਾ ਆਸ਼ਿਕ ਜਿਹੜਾ ਆਪਣੇ ਮਾਲਕ ਨੂੰ ਛੱਡ ਕੇ ਗਲਤ ਰਸਤੇ ਤੁਰ ਪਏ। ਕਹਿੰਦੇ ਉਹ ਕੰਮ ਨਾ ਕਰੀ ਜਿਸ ਕੰਮ ਕੀਤਿਆਂ ਤੈਨੂੰ ਸਿਰ ਨੀਵਾਂ ਕਰਨਾ ਪਵੇ। ਮੰਦਾ ਮੂਲ ਨਾ ਕੀਚੇ। ਇਹ ਹਕੀਕੀ ਆਸ਼ਿਕ ਹੈ ਜਿਹਨੂੰ ਆਖਿਆ ਮੰਦਾ ਮੂਲ ਨਾ ਕੀਚੇ। ਦੇ ਲੰਮੀ ਨਦਰ ਨਿਹਾਲੀ ਹੈ, ਜਿਉਂ ਸਾਹਿਬ ਨਾਲ ਨਾ ਹਾਰੀਏ ਤੇ ਵਿਹਾ ਪਾਸਾ ਢਾਲੀਏ। ਤੇਰੀ ਸਾਹਿਬ ਨਾਲੋਂ ਦੂਰੀ ਨਾ ਬਣੇ, ਉਹ ਕੰਮ ਨਾ ਕਰੀ ਕਿਛ ਲਾਹੇ ਉੱਪਰ ਘਾਲੀਏ। ਉਹ ਕੰਮ ਕਰੀ ਜਿਹਦੇ ਨਾਲ ਤੇਰੀ ਜ਼ਿੰਦਗੀ 'ਚ ਨਫਾ ਹੋਵੇ, ਫਾਇਦਾ ਹੋਵੇ, ਤੇ ਤੂੰ ਉਸ ਪਿਆਰੇ ਦੇ ਪਿਆਰ ਵਿੱਚ ਆਪਣਾ ਆਪ ਕੁਰਬਾਨ ਕਰ ਜਾਵੇਂ। ਇਸ਼ਕ ਕਰਨ ਵਾਲਾ ਆਪਣਾ ਆਪ ਕੁਰਬਾਨ ਵੀ ਕਰ ਜਾਂਦਾ ਹੈ। ਰਹਿੰਦੀ ਦੁਨੀਆ ਤੱਕ ਉਹਨਾਂ ਆਸ਼ਿਕਾਂ ਨੂੰ ਦੁਨੀਆ ਯਾਦ ਕਰਦੀ ਹੈ। ਅੱਜ ਵੀ ਅਸੀਂ ਸਿਜਦਾ ਕਰਦੇ ਹਾਂ ਅਰਦਾਸ ਵਿੱਚ ਉਹਨਾਂ ਯੋਧਿਆਂ ਨੂੰ ਜਿਹੜੇ ਹਕੀਕੀ ਆਸ਼ਿਕ ਸੀ, ਉਸ ਇਸ਼ਕ ਕਰਨ ਵਾਲੇ ਮਾਲਕ ਦੇ ਨਾਲ ਪਿਆਰ ਕਰਨ ਵਾਲੇ। ਤੇ ਸੱਚ ਇਹ ਹੈ ਜਦੋਂ ਪਿਆਰ ਕਰਦਾ ਆਪਣਾ ਆਪ ਵੀ ਕੁਰਬਾਨ ਕਰ ਦਿੱਤਾ, ਵਾਰ ਦਿੱਤਾ। ਆਓ ਆਪਣੇ ਬੱਚਿਆਂ ਨੂੰ, ਆਪਣੇ ਪੁੱਤਰਾਂ ਧੀਆਂ ਨੂੰ ਇਸ ਆਸ਼ਕੀ ਬਾਰੇ, ਇਸ ਹਕੀਕੀ ਆਸ਼ਕੀ ਬਾਰੇ ਆਪਣੇ ਬੱਚਿਆਂ ਨੂੰ ਜਾਣਕਾਰੀ ਦਈਏ, ਸਮਝਾਈਏ ਕਿ ਪਿਆਰਿਓ ਆਪਣੇ ਅੰਦਰ ਉਹ ਸੱਚ ਦੀ ਵਿਚਾਰ ਲੈ ਕੇ ਆਈਏ। 21 ਨੰਬਰ ਪੌੜੀ ਦੇ ਨਾਲ ਜਿਹੜੇ 2 ਸ਼ਲੋਕ ਆਏ ਨੇ, ਉਹਨਾਂ ਵਿੱਚੋਂ ਅੱਜ ਆਪਾਂ ਪਹਿਲੇ ਸ਼ਲੋਕ ਦਾ ਪਾਠ ਤੇ ਵਿਚਾਰ ਸਾਂਝੀ ਕੀਤੀ ਹੈ। ਇਸ ਤੋਂ ਅਗਲਾ ਜਿਹੜਾ ਸ਼ਲੋਕ ਹੈ ਉਹਦੀ ਵਿਚਾਰ ਆਪਾਂ ਕੱਲ੍ਹ ਬੜੇ ਪਿਆਰ ਨਾਲ ਵਿਚਾਰ ਸਾਂਝੇ ਕਰਾਂਗੇ। ਸਾਧ ਸੰਗਤ ਜੀ, ਪੜ੍ਹਦੇ ਜਾਈਏ, ਵਿਚਾਰਦੇ ਜਾਈਏ ਤੇ ਆਪ ਆਪਣੇ ਬੱਚਿਆਂ ਨੂੰ ਮਾੜੇ ਕੰਮਾਂ ਤੋਂ ਬਚਾ ਕੇ ਕੋਸ਼ਿਸ਼ ਕਰੋ। ਉਹਨਾਂ ਨੂੰ ਅਵੇਅਰਨੈਸ ਸਾਡੇ ਬੱਚਿਆਂ 'ਚ ਆਵੇ, ਜਾਗਰਤੀ ਆਵੇ। ਦੱਸਣ ਦੀ ਕੋਸ਼ਿਸ਼ ਤੇ ਕਰੋ ਨਾ, ਚੰਗਾ ਮਾੜਾ ਤੁਹਾਨੂੰ ਦੱਸਣਾ ਪੈਣਾ। ਅੱਗੇ ਤੁਰਨਾ ਨਾ ਤੁਰਨਾ ਉਹਨਾਂ ਦੀ ਆਪਣੀ ਮਰਜ਼ੀ ਹੈ। ਸਾਰਿਆਂ ਦਾ ਧੰਨਵਾਦ। ਬਾਣੀ ਪੜ੍ਹੋ, ਸਹਿਜ ਪਾਠ ਕਰੋ, ਬਾਣੀ ਨੂੰ ਸਮਝੋ। ਪੜ੍ਹਨ ਦਾ ਮੀਨਿੰਗ ਸਮਝੋ, ਵਿਚਾਰੋ,
ਤੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ। ਸਾਰਿਆਂ ਦਾ ਧੰਨਵਾਦ। ਅਦਬ ਸਤਿਕਾਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।